So our today's program is how to manage COVID-19 situation with insights from Gurbani. Before we go further, I want to thank apne Voice of Manavta TV News and Sardar Meghraj Singh for this opportunity for us to have this time to discuss our these issues. I also want the subscribers and the participants again welcome to this program. And please, subscribers, if to popularize this program, please subscribe. Ask your friends to subscribe to it too, and also encourage people to financially contribute wherever it is possible, so that we can provide even better quality programs. So again, last time we discussed this program. Again, ਤੁਹਾਨੂੰ ਸਭ ਨੂੰ ਪਹਿਲਾਂ greetings, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਵਾਹਿਗੁਰੂ ਜੀ ਰਾਮ ਰਾਮ, ਸਤਿ ਸ੍ਰੀ ਅਕਾਲ, ਸਲਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪਲੀਜ਼ ਪ੍ਰਵਾਨ ਕਰ ਦੇਣਾ. So our program is called Tips for Good Life, Sukhi Jeevan De Raaz. And Guru Granth Sahib Ji Son teaches us, Jo Brahmande Soi Pinde, Jo Khoja Sapam. So whatever happens in the universe, the same kind of process really take place in our own body. And this body is the vehicle provided to us so that the God through us as His servants can work His mission through us. And that mission, as we understand from Guru Nanak Sahib, is Nanak Nam Chaddi Kala Tere Pane Sarvadda Pala. If our own bodies are not healthy, we cannot continue to participate in that mission. So as a result, it's very important we take good care of ourselves, spiritually, mentally and physically. And for that care, Gurbani provides us best knowledge. For example, at places in Guru Granth Sahib, Guru Sahib has compared that our bodies are like Harmandir. You know, Harmandir means Har Man Andar. Harmandir Har Jio Saja Mere Lal Jio Har Krishna Raya Samay Ram. ਦੂਜੇ ਥਾਂ ਤੇ ਆਂਦਾ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਹੇ. ਤੇ ਇੱਕ ਹੋਰ ਜਗ੍ਹਾ ਤੇ ਆਂਦਾ ਹਰ ਮੰਦਰ ਹਰ ਸਾਜਾ ਹਰ ਵਸੈ ਜਿਸ ਨਾਮ. ਇਸ ਤਰ੍ਹਾਂ there are many places where Gurbani teaches us how inside us is the house of the Lord. And it's our responsibility to take care of this house of Lord in a proper manner. So now we will start our program in this direction by starting with Gyani Karam Singh Ji. Please give us your ideas about it. Gyani. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਜਿਹੜਾ ਸਾਡਾ ਪ੍ਰੋਗਰਾਮ ਆ ਕਿ ਸੁਖੀ ਜੀਵਨ ਦੇ ਰਾਜ, ਇਹਦੇ ਵਿੱਚ ਅੱਜ ਕੱਲ COVID-19 ਜਿਹੜਾ ਚੱਲ ਰਹੀ ਹੈ ਬਿਮਾਰੀ ਮਹਾਮਾਰੀ, ਉਹਦੇ ਸੰਬੰਧਿਤ ਜ਼ਿਆਦਾ ਵਿਚਾਰ ਕੀਤੀ ਜਾ ਰਹੀ ਆ. ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ਾਂ ਕਰਕੇ ਤੇ ਸੁਖੀ ਜੀਵਨ ਦਾ ਜਿਹੜਾ ਰਾਜ ਦੱਸਿਆ, ਉਹਦੇ ਅਸੀਂ ਕਈ ਪੱਖ ਲੈ ਸਕਦੇ ਹਾਂ. ਸਰੀਰ ਦੇ ਨਾਲ ਮਨ ਦਾ ਵੀ ਸੰਬੰਧ ਆ, ਧਨ ਦਾ ਵੀ ਸੰਬੰਧ ਆ. ਜਿੱਥੋਂ ਤੱਕ ਬਿਮਾਰੀਆਂ ਦਾ ਆ, ਇਹ ਸ਼ੁਰੂਆਤ ਇਹਨਾਂ ਦੀ ਸਾਡੀਆਂ ਗਲਤੀਆਂ ਕਰਕੇ ਹੁੰਦੀ ਆ. ਭਾਵੇਂ ਕੁਦਰਤ ਨਾਲ ਖਿਲਵਾੜ ਕੀਤਾ ਜਾਏ, ਭਾਵੇਂ ਖਾਣ ਪੀਣ ਦੇ ਸਾਡਾ ਜਿਹੜਾ ਸਿਸਟਮ ਆ ਉਹ ਵਿਗੜ ਜਾਏ, ਜਿਹੜੀਆਂ ਨਹੀਂ ਖਾਣ ਵਾਲੀਆਂ ਚੀਜ਼ਾਂ ਜਾਂ ਜਿੰਨੀ ਖਾਣੀ ਉਹਦੇ ਤੋਂ ਵੱਧ, ਤੇ ਉਹਦੇ ਨਾਲ ਬਿਮਾਰੀਆਂ ਉਤਪੰਨ ਹੁੰਦੀਆਂ ਨੇ. ਤੇ ਇਹਨਾਂ ਦੇ ਨਾਲ ਜਿਹੜੀ ਗੱਲ ਆਪ ਜੀ ਨੇ ਕਹੀ ਆ ਕਿ ਸਰੀਰ ਦੀ, ਬਹੁਤ ਸਾਰੇ ਧਾਰਮਿਕ ਤੌਰ ਤੇ ਐਸੇ ਫਿਰਕੇ ਸਨ ਜਿਨ੍ਹਾਂ 'ਚ ਜੋਗੀ, ਸੰਨਿਆਸੀ ਤੇ ਹੋਰ ਤਪਸਵੀ ਲੋਕ ਜਿਹੜੇ ਸਰੀਰ ਨੂੰ ਤਕਲੀਫ ਦੇ ਕੇ ਤੇ ਰੱਬ ਦੀ ਪ੍ਰਾਪਤੀ ਚਾਹੁੰਦੇ ਸੀ. ਪਰ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਇਹ ਬਖਸ਼ਿਸ਼ਾਂ ਕੀਤੀਆਂ ਕਿ ਨਹੀਂ, ਉਹ ਵਾਹਿਗੁਰੂ ਜੀ ਤੇ ਹਿਰਦੇ ਦੇ ਅੰਦਰ ਆ, ਉਹ ਮੰਦਰ ਇਹੋ ਹੀ ਆ, ਉਹਨੂੰ ਜੰਗਲ ਦੇ ਵਿੱਚ ਲੱਭਣ ਦੀ ਲੋੜ ਨਹੀਂ. ਬਾਬਾ ਫਰੀਦ ਜੀ ਨੇ ਬੜਾ ਸੋਹਣਾ ਕਿਹਾ ਕਿ
ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀਆ ਜੰਗਲ ਕਿਆ ਟੁੰਡੇ। ਕਿ ਅਕਾਲ ਪੁਰਖ ਵਾਹਿਗੁਰੂ ਤੇ ਪ੍ਰਮਾਤਮਾ ਜਿਹੜਾ ਉਹ ਹਿਰਦੇ ਦੇ ਵਿੱਚ ਆ। ਤੇ ਜਿਵੇਂ ਆਪ ਜੀ ਨੇ ਵੀ ਕਾਫੀ ਪੰਗਤੀਆਂ ਪੜ੍ਹੀਆਂ ਸੀਗੀਆਂ, ਹਰਮੰਦਰ ਹਰ ਜਿਉ ਸਾਜਿਆ, ਇਸੇ ਤਰ੍ਹਾਂ ਹੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ। ਮਹਿਲ ਮੈਂ ਬੈਠੇ ਹਰ ਅਗੰਮ ਅਪਾਰ, ਭੀਤਰ ਅੰਮ੍ਰਿਤ ਸੋਈ ਜਨ ਪਾਵੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ। ਕਾਇਆ ਅੰਦਰ ਮਹਿਲ ਘਰ ਹਰ ਕਾ, ਕਿ ਇਸ ਸਰੀਰ ਦੇ ਅੰਦਰ ਹੀ ਵਾਹਿਗੁਰੂ ਜੀ ਦਾ ਘਰ ਆ, ਉਹਨਾਂ ਦਾ ਵਾਸਾ ਆ। ਤਿਸ ਮਹਿ ਰਾਖੀ ਜੋਤ ਅਪਾਰ, ਤੇ ਉਹਨਾਂ ਨੇ ਆਪਣੀ ਜੋਤ ਹਿਰਦੇ 'ਚ ਰੱਖੀ ਆ। ਜਿਵੇਂ ਅਸੀਂ ਮੰਦਰ, ਮਸਜਿਦ, ਗੁਰਦੁਆਰਾ, ਧਰਮਸਾਲ, ਜਿੰਨੇ ਵੀ ਧਰਮ ਦੇ ਸਥਾਨ ਨੇ, ਉਹਨਾਂ ਦੇ ਅੰਦਰ ਅਸੀਂ ਗਲਤ ਬੋਲਦੇ ਨਹੀਂ, ਗਲਤ ਖਾਂਦੇ ਨਹੀਂ, ਗਲਤ ਕਿਰਿਆ ਨਹੀਂ ਕਰਦੇ। ਉਸੇ ਤਰ੍ਹਾਂ ਹੀ ਸਾਨੂੰ ਆਪਣੇ ਸਰੀਰ ਦੇ ਨਾਲ ਵੀ ਰੱਖਣਾ ਚਾਹੀਦਾ। ਇਹਦੇ 'ਚ ਗੰਦ ਨਹੀਂ ਪਾਉਣਾ ਚਾਹੀਦਾ, ਇਹਦੀ ਸਾਫ਼ ਸਫਾਈ ਰੱਖਣੀ ਚਾਹੀਦੀ ਆ। ਵਾਹਿਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ਾਂ ਕਰਕੇ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਜੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹਨਾਂ ਦੀ ਪ੍ਰਾਪਤੀ ਚਾਹੀਦੀ ਆ, ਤੇ ਫਿਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਕਿਹਾ ਜਾਂਦਾ ਕਿ ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਮਨ ਹੋ ਸਕਦਾ। ਤੇ ਉਹਦੇ ਵਾਸਤੇ ਬਾਣੀ 'ਚ ਸਾਨੂੰ ਬੜੀ ਸਿੱਖਿਆ ਦਿੱਤੀ ਗਈ ਆ। ਥੈਂਕ ਯੂ ਗਿਆਨੀ ਜੀ, ਬਹੁਤ ਮਿਹਰਬਾਨੀ। ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦੱਸੋ। ਹਾਂਜੀ ਸਰ, ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਇਆ। ਡਾਕਟਰ ਸਾਹਿਬ ਨੇ ਬੜਾ ਸੋਹਣਾ ਵਰਡਿੰਗ ਦਿੱਤੀ, ਮੈਂ ਵਰਡਿੰਗ ਦੇ ਉਹਨੂੰ ਪੈਨ ਡਾਊਨ ਨਹੀਂ ਕਰ ਸਕਿਆ, ਲਿਖ ਨਹੀਂ ਸਕਿਆ, ਕਿ ਜਿਹੜਾ ਸਾਡਾ ਸਰੀਰ ਹੈ ਇਹ ਕੁਦਰਤ ਦਾ, ਨੇਚਰ ਦਾ, ਯੂਨੀਵਰਸ ਦਾ ਇੱਕ ਹਿੱਸਾ ਹੈ। ਸੋ ਜੋ ਕੁਛ ਬਾਹਰ ਹੈ ਬ੍ਰਹਿਮੰਡ ਦੇ ਵਿੱਚ ਹੈਗਾ, ਜੋ ਬ੍ਰਹਿਮੰਡੇ ਸੋਈ ਪਿੰਡ ਹੈ। ਬੋਡੀ ਦੇ ਵਿੱਚ ਵੀ ਉਹ ਸਭ ਕੁਛ ਹੈ, ਕਿਉਂਕਿ ਐਕਚੁਅਲੀ ਸਾਰੀ ਯੂਨੀਵਰਸ 5 ਤੱਤਾਂ ਦੀ ਬਣੀ ਹੈ। 5 ਤੱਤਾਂ ਦਾ ਇਹ ਬੋਡੀ ਬਣਿਆ ਤੇ 5 ਤੱਤਾਂ ਦੀ ਸਾਰੀ ਯੂਨੀਵਰਸ ਹੈ। ਇਨ ਦਾ ਹੋਲ ਆਫ ਯੂਨੀਵਰਸ ਵੀ ਕਾਂਟ ਫਾਈਂਡ ਦਾ 6th ਵਨ। ਤੱਤ ਹੀ 5 ਨੇ। ਜਦ ਗੁਰੂ ਸਾਹਿਬ ਦੀ ਬਾਣੀ ਪੰਕਤੀ ਆਉਂਦੀ ਹੈ ਨਾ ਕਿ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਚੇ, ਕਿ ਪਰਮਾਤਮਾ ਨੇ 5 ਤੱਤਾਂ ਦੀ ਸਾਰੀ ਸ੍ਰਿਸ਼ਟੀ ਬਣਾਈ ਹੈ। ਤੇ ਉਹ ਕਹਿੰਦੇ ਹੁਣ ਰਿਸਰਚਰ ਜਾਂ ਬਾਕੀ ਜਿਹੜੇ ਨੇ ਉਹ ਕਈ ਵਾਰੀ ਬੜਾ ਪ੍ਰਾਊਡ ਹੀ ਹੋ ਜਾਂਦੇ ਨੇ ਕਿ ਵੀ ਆਰ ਡੂਇੰਗ ਅ ਲੋਟ ਆਫ ਥਿੰਗਸ। ਤੇ ਉਹ ਗੁਰਬਾਣੀ ਕੁਐਸਚਨ ਕਰਦੀ ਹੈ, ਕੋਈ 6ਵਾਂ ਕਰਿਓ ਜੇ ਕੁਛ ਕੀਤਾ ਹੋਵੇ। ਇਫ ਐਨੀਵਨ ਕੈਨ ਡੂ ਐਨੀਥਿੰਗ, ਜੇ ਤੁਸੀਂ ਸੋਚਦੇ ਹੋ ਕਿ ਯੂ ਕੈਨ ਡੂ ਸਮਥਿੰਗ, ਤੁਸੀਂ ਕ੍ਰੀਏਟਰ ਹੋ, ਕਰਤਾ ਹੋ, ਤੇ ਕਹਿੰਦੇ 6ਵਾਂ ਕੋਈ ਬਣਾ ਕੇ ਦਿਖਾਓ, ਪਿੱਛੇਵਾਂ ਤੱਤ ਬਣਾ ਕੇ ਦਿਖਾਓ। ਤੱਤ 5 ਹੀ ਨੇ ਇਨ ਦਾ ਹੋਲ ਆਫ ਯੂਨੀਵਰਸ। ਸਿਮਿਲਰਲੀ ਸਾਡੇ ਬੋਡੀ 'ਚ ਵੀ 5 ਤੱਤ ਨੇ। ਸੋ ਜਿਸ ਤਰ੍ਹਾਂ ਦੀ ਯੂਨੀਵਰਸ ਦੀ ਫਾਰਮੇਸ਼ਨ ਹੈ, ਸੇਮ ਇਜ਼ ਦਾ ਫਾਰਮੇਸ਼ਨ ਆਫ ਆਵਰ ਬੋਡੀ। ਫਰਕ ਸਿਰਫ ਕੀ ਇੱਕ ਪਾਸੇ ਸਮੁੰਦਰ ਹੈ ਤੇ ਇੱਕ ਪਾਸੇ ਇੱਕ ਬੂੰਦ ਹੈ। ਪਰ ਬੂੰਦ ਤੋਂ ਬਿਨਾਂ ਸਮੁੰਦਰ ਨਹੀਂ ਬਣ ਸਕਦਾ, ਤੇ ਸਮੁੰਦਰ ਹੈ ਤੇ ਬੂੰਦ। ਤੇ ਜਿਸ ਤਰ੍ਹਾਂ ਗਿਆਨੀ ਜੀ ਨੇ, ਗਿਆਨੀ ਧਰਮ ਸਿੰਘ ਜੀ ਨੇ ਕਿਹਾ ਕਿ ਮਤਲਬ ਜਿਹੜੀ ਸਰੀਰ ਦੀ ਪਾਲਣਾ ਹੈ, ਸਰੀਰ ਦੀ ਜਿਹੜੀ ਸਿਹਤ ਹੈ ਸਭ ਤੋਂ, ਤੇ ਉਹ ਗੁਰੂ ਸਾਹਿਬ ਨੇ ਕੀ ਰੱਖਿਆ, ਨਾਨਕ ਸੋ ਪ੍ਰਭ ਸਿਮਰੀ ਹੈ। ਕਿ ਜਦੋਂ ਤੂੰ ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ, ਤੇ ਯੂ ਹੈਵ ਏ ਪ੍ਰਾਇਰ ਡਿਊਟੀ। ਪ੍ਰਾਇਰ ਡਿਊਟੀ ਕੀ ਹੈ? ਤਿਸ ਦੇਹੀ ਕੋ ਪਾਲ। ਇਸ ਸਰੀਰ ਦੀ ਪਾਲਣਾ ਕਰਦਿਆਂ ਹੋਇਆਂ, ਸੰਭਾਲ ਕਰਦੇ ਹਾਂ ਸਿਮਰਨ ਕਰ ਸਕਦਾ ਹੈ। ਇਸ ਦੇਹੀ ਨੂੰ ਨਿਗਲੈਕਟ ਕਰਕੇ ਤੂੰ ਸਿਮਰਨ ਨਹੀਂ ਕਰ ਸਕਦਾ। ਕਿਉਂ? ਜੇ ਤੇਰੀ ਸਿਹਤ ਕਾਮਯਾਬ ਨਹੀਂ ਹੋਏਗੀ ਤੇ ਅੰਦਰਲਾ ਮਨ ਤੇ ਆਤਮਾ ਤੇ ਵੀ ਉਹਦਾ ਅਸਰ ਜ਼ਰੂਰ ਪਏਗਾ। ਸੋ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਅੱਗੇ ਸ਼ਬਦ ਜਿਸ ਤਰ੍ਹਾਂ ਗਿਆਨੀ ਧਰਮ ਸਿੰਘ ਜੀ ਨੇ ਦੱਸਿਆ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਸੋ ਇਸ ਤਰ੍ਹਾਂ ਗੁਰਬਾਣੀ 'ਚ ਬੇਅੰਤ ਸ਼ਬਦ ਨੇ, ਜਿਹੜੇ ਸ਼ਬਦ ਇਸ਼ਾਰਾ ਇੱਕੋ ਕਰਦੇ ਨੇ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਮਨ ਰੇ ਸਥਿਰ ਰਹੋ, ਮਤ ਕਤ ਜਾਹੀ ਜੀਓ। ਤੂੰ ਆਪਣੇ ਮਨ ਨੂੰ ਸਥਿਰ ਰੱਖ, ਭਟਕਣਾ। ਕਿਉਂ? ਜੇਕਰ ਤੂੰ ਪਰਮਾਤਮਾ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰੇਗਾ ਤੇ ਬਹੁਤ ਦੁੱਖ ਪਾਵੇਂ, ਕਹਿਣ ਦਾ ਮਤਲਬ ਤੈਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਤੂੰ ਇੱਕ ਤਰ੍ਹਾਂ ਦੇ ਨਾਲ ਸਹੀ ਥਾਂ ਦੇ ਟਾਰਗੇਟ ਨਹੀਂ ਕਰ ਰਿਹਾ। ਕਿਉਂ? ਘਰ ਅੰਮ੍ਰਿਤ ਘਟ ਮਾਹੀ ਜੀਓ। ਜਿਹੜਾ ਅੰਮ੍ਰਿਤ ਹੈ ਉਹ ਤੇਰੇ ਅੰਦਰ ਹੈਗਾ, ਤੇ ਤੈਨੂੰ ਉਹਨੂੰ ਅੰਦਰੋਂ ਹੀ। ਥੈਂਕ ਯੂ ਜੀ, ਥੈਂਕ ਯੂ, ਦਿਸ ਵੈਰੀ ਗੁੱਡ।
ਗੁਰਪ੍ਰੀਤ ਸਿੰਘ ਜੀ। ਜੀ ਬਹੁਤ ਵਧੀਆ। ਜਿਵੇਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੀ ਨੇ, ਧਰਮ ਸਿੰਘ ਜੀ ਨੇ ਤੁਸੀਂ ਦੱਸਿਆ ਕਿ ਜਿਹੜੀ COVID-19 ਬਿਮਾਰੀ ਨੂੰ ਇਹਦੇ ਨਾਲ ਦੀਆਂ ਹੋਰ ਬਿਮਾਰੀਆਂ ਪਹਿਲਾਂ ਵੀ ਪੈਦਾ ਹੋਈਆਂ, ਪਰ ਸਾਡੇ ਸਤਿਗੁਰਾਂ ਨੇ ਸਾਨੂੰ ਪਹਿਲਾਂ ਹੀ ਜਾਗਰੂਕ ਕੀਤਾ। ਤੇ ਸਤਿਗੁਰਾਂ ਨੇ ਤਾਂ ਇੰਨੇ ਸੌਖੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਇਹ ਜਿਹੜਾ ਸਾਡਾ ਸਰੀਰ ਹੈ ਇਹ ਇੱਕ ਰੱਬ ਦਾ ਰੂਪ ਹੈ, ਇਹਦੇ ਵਿੱਚ ਰੱਬ ਵਸ ਰਿਹਾ ਹੈ। ਤੇ ਇੱਥੋਂ ਤੱਕ ਸਤਿਗੁਰਾਂ ਨੇ ਕਹਿ ਦਿੱਤਾ ਵੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੂਰਾ ਬ੍ਰਹਿਮੰਡ ਹੀ ਰੱਬ ਦਾ ਰੂਪ ਹੈ, ਪੂਰੇ ਬ੍ਰਹਿਮੰਡ ਦੇ ਵਿੱਚ ਹੀ ਰੱਬ ਵਸ ਰਿਹਾ ਹੈ। ਜਿਵੇਂ ਸਤਿਕਾਰਯੋਗ ਡਾਕਟਰ ਸਾਹਿਬ ਜੀ ਨੇ ਵੀ ਆਖਿਆ, ਧਰਮ ਸਿੰਘ ਜੀ ਨੇ ਵੀ ਆਖਿਆ ਕਿ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਮਾੜੇ ਕੰਮ ਨਹੀਂ ਕਰਨਾ ਚਾਹੁੰਦੇ, ਜਾਂ ਮੰਦਿਰ ਮਸੀਤਾਂ ਦੇ ਵਿੱਚ ਜਾ ਕੇ ਭੈੜੇ ਕੰਮ ਨਹੀਂ ਕਰਨਾ ਚਾਹੁੰਦੇ। ਇਹ ਵੀ ਸਾਨੂੰ ਸਮਝ ਜਾਣਾ ਚਾਹੀਦਾ ਕਿ ਗੁਰਦੁਆਰੇ ਦੇ ਵਿੱਚ ਜੇ ਰੱਬ ਹੈ ਤਾਂ ਪੂਰੇ ਬ੍ਰਹਿਮੰਡ ਦੇ ਵਿੱਚ ਹੈ, ਸਾਡੀ ਧਰਤੀ ਦੇ ਵਿੱਚ ਵੀ ਹੈ। ਸਾਨੂੰ ਕਿਤੇ ਵੀ ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਭੈੜੇ ਕੰਮ ਨਹੀਂ ਕਰਨੇ ਚਾਹੀਦੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਹਰਮੰਦਰ, ਜਿਵੇਂ ਗੁਰਬਾਣੀ ਦੀ ਪੰਕਤੀ ਆਉਂਦੀ ਆ, ਹਰਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਤੇ ਜਦੋਂ ਹਰਮੰਦਰ ਦਾ ਜ਼ਿਕਰ ਆਉਂਦਾ ਤਾਂ ਸਾਡਾ ਸਿੱਖਾਂ ਦਾ ਮੱਕਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ ਸਾਹਿਬ ਤੇ ਸਾਡਾ ਧਿਆਨ ਚਲੇ ਜਾਂਦਾ, ਔਰ ਜਾਣਾ ਵੀ ਚਾਹੀਦਾ, ਕਿਉਂਕਿ ਸਤਿਗੁਰਾਂ ਨੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਹਰਮੰਦਰ ਸਾਹਿਬ ਸਾਡੇ ਲਈ ਬਣਾਇਆ, ਦਰਬਾਰ ਸਾਹਿਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉੱਥੇ ਹਰ ਵਰਨ ਦੇ, ਹਰ ਧਰਮ ਦੇ, ਹਰ ਜਾਤ ਦੇ ਲੋਕ ਜਾ ਸਕਦੇ ਸੀ। ਜਦ ਕਿ ਬਹੁਤ ਸਾਰੇ ਪਹਿਲਾਂ ਐਸੇ ਧਾਰਮਿਕ ਸਥਾਨ ਸੀ ਜਿੱਥੇ ਸ਼ੂਦਰਾਂ ਨੂੰ, ਅਤੀ ਸ਼ੂਦਰਾਂ ਨੂੰ, ਔਰਤਾਂ ਨੂੰ, ਜਾਂ ਐਸੇ ਗਰੀਬ ਲੋਕ ਸੀ ਜਾਂ ਐਸੀਆਂ ਛੋਟੀਆਂ ਜਾਤਾਂ ਮੰਨੀਆਂ ਜਾਂਦੀਆਂ ਸੀ ਜਿੱਥੇ ਉਹਨਾਂ ਨੂੰ ਨਹੀਂ ਐਂਟਰ ਹੋਣ ਦਿੱਤਾ ਜਾਂਦਾ ਸੀ, ਨਹੀਂ ਅੰਦਰ ਵੜਨ ਦਿੱਤਾ ਜਾਂਦਾ ਸੀ। ਇਹ ਜਿਹੜਾ ਹਰਮੰਦਰ ਹੈ, ਗੁਰਬਾਣੀ ਦੇ ਵਿੱਚ ਸ਼ਬਦ ਵਰਤਿਆ ਤਾਂ ਗੁਰੂ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਹਰਮੰਦਰ ਸਾਨੂੰ ਦਿੱਤੀ, ਜਿਹਦੇ ਵਿੱਚ ਅਸੀਂ ਬਾਣੀ ਪੜ੍ਹ ਸਕਦੇ ਹਾਂ, ਬੈਠ ਸਕਦੇ ਹਾਂ। ਤੇ ਪਰ ਸਾਨੂੰ ਇਹ ਵੀ ਸਮਝਣਾ ਚਾਹੀਦਾ, ਗੁਰਬਾਣੀ ਦਾ ਪੱਖ ਹਰਮੰਦਰ ਇਹ ਸਰੀਰ ਹੈ, ਸਾਡਾ ਸਰੀਰ ਵੀ ਹਰਮੰਦਰ ਹੈ। ਇਹਦੇ ਵਿੱਚ ਹਰੀ ਵਸ ਰਿਹਾ, ਹਰੀ ਮਤਲਬ ਰੱਬ ਵਸ ਰਿਹਾ। ਤੇ ਸਾਨੂੰ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਦਰਬਾਰ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਉੱਤੇ ਮੁਗਲਾਂ ਨੇ ਅਟੈਕ ਕੀਤਾ ਤੇ ਅਸੀਂ ਉਸ ਦੀ ਰੱਖਿਆ ਕੀਤੀ, ਸਾਡੇ ਬਾਬਾ ਦੀਪ ਸਿੰਘ ਵਰਗਿਆਂ ਨੇ, ਸਾਡੇ ਉਹ ਬੱਬਰ ਸ਼ੇਰ ਯੋਧਿਆਂ ਨੇ ਦਰਬਾਰ ਸਾਹਿਬ ਨੂੰ ਬਚਾਇਆ, ਹਰਿਮੰਦਰ ਸਾਹਿਬ ਨੂੰ ਬਚਾਇਆ। ਤੇ ਗੁਰਬਾਣੀ ਦਾ ਇੱਕ ਪੱਖ ਅਸੀਂ ਜਦੋਂ ਸਾਹਮਣੇ ਰੱਖਦੇ ਆ ਡੈਮੋਕ੍ਰੇਸੀ ਦੇ ਵਿੱਚ, ਅੱਜ ਸਾਡੇ ਦਰਬਾਰ ਸਾਹਿਬ ਤੇ ਕੋਈ ਅਟੈਕ ਕਰਦਾ, ਅਸੀਂ ਭੱਜ ਕੇ ਜਾ ਕੇ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਆ, ਉੱਥੇ ਖੜਦੇ ਆ। ਪਰ ਇੱਕ ਗੱਲ ਇਹ ਵੀ ਧਿਆਨ ਰੱਖੋ, ਸਤਿਗੁਰਾਂ ਨੇ ਇਸ ਸਰੀਰ ਨੂੰ ਵੀ ਹਰਮੰਦਰ ਰੱਖਿਆ। ਜੇ ਕੋਈ ਇਹਦੇ ਤੇ ਅਟੈਕ ਕਰਦਾ, ਪਹਿਲੀ ਗੱਲ ਆ ਇਹਦੇ ਤੇ ਤਾਂ ਅਸੀਂ ਖੁਦ ਅਟੈਕ ਕਰਦੇ ਆ, ਜਰਦਿਆਂ ਦਾ ਅਟੈਕ ਅਸੀਂ ਕਰਦੇ ਆ, ਬੀੜੀਆਂ ਦਾ ਅਟੈਕ ਅਸੀਂ ਕਰਦੇ ਆ। ਇਸ ਹਰਮੰਦਰ ਦੇ ਉੱਤੇ ਹਰ ਰੋਜ਼ ਅਟੈਕ ਕਰਦੇ ਆ। ਅੱਖਾਂ ਦੇ ਨਾਲ ਬੁਰਾ ਦੇਖਣ ਦਾ ਅਟੈਕ ਸਾਡੇ ਤੇ ਹੋ ਰਿਹਾ, ਅਸੀਂ ਹੱਥਾਂ ਦੇ ਨਾਲ, ਪੈਰਾਂ ਦੇ ਨਾਲ ਬੁਰੇ ਅਟੈਕ ਖੁਦ ਕਰਵਾ ਰਹੇ ਹਾਂ ਜਾਂ ਖੁਦ ਕਰ ਰਹੇ ਹਾਂ। ਇਹਦੇ ਪ੍ਰਤੀ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਕਿ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾ ਸਕਦੇ ਸੀ, ਉਹਨਾਂ ਨੇ ਸਮਝਾਈ, ਔਰ ਬੇਅੰਤ ਅਕਾਲ ਪੁਰਖ ਨੂੰ ਇਸ ਤਰੀਕੇ ਨਾਲ ਸਮਝਾਇਆ ਕਿ ਸਾਡੇ ਜੀਵਨ ਦੇ ਵਿੱਚੋਂ ਭੈੜੇ ਵਿਕਾਰ ਹੀ ਨਿਕਲ ਜਾਣ। ਜਿਵੇਂ ਹੁਣ ਜਦੋਂ ਅਸੀਂ ਇਹ ਸਰੀਰ ਨੂੰ ਹਰਮੰਦਰ ਸਮਝ ਲਿਆ ਤਾਂ ਇਹਦਾ ਮਤਲਬ ਇਹ ਸਰੀਰ ਸਾਨੂੰ ਬਰਬਾਦ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਨਸ਼ੇ ਹੋਣ, ਭੈੜੇ ਕਰਮ ਹੋਣ, ਬੁਰਾਈ ਹੋਵੇ। ਜੇ ਅਸੀਂ ਇਸ ਸਰੀਰ ਨੂੰ ਹਰਮੰਦਰ ਮੰਨਦੇ ਹਾਂ ਤਾਂ ਪੂਰਾ ਸੰਸਾਰ ਹੀ ਹਰਮੰਦਰ ਹੈ। ਪੂਰੇ ਸੰਸਾਰ ਦੀ ਸਾਨੂੰ ਸਾਫ਼ ਸਫਾਈ ਰੱਖਣੀ ਚਾਹੀਦੀ ਹੈ। ਜਿਹੜੀ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਕੇ ਇਹੋ ਜਿਹੀਆਂ ਬਿਮਾਰੀਆਂ ਪੈਦਾ ਕਰਦੇ ਹਾਂ, ਇਹ ਵੀ ਸਾਨੂੰ ਖਤਮ ਕਰਨੀਆਂ ਚਾਹੀਦੀਆਂ ਨੇ। ਇੱਕ ਮੈਂ ਇੱਥੇ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦੇ ਹਾਂ। ਉਹ ਬੇਨਤੀ ਇਹ ਹੈ ਕਿ ਜਿਹੜਾ ਬ੍ਰਹਿਮੰਡ ਹੈ, ਜਿਹੜਾ ਇਹ ਸੰਸਾਰ ਹੈ, ਇਹ ਸਾਡਾ ਹੈ। ਜਿਵੇਂ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਜੱਗ ਨੂੰ, ਸੰਸਾਰ ਨੂੰ ਸੱਚਾ ਆਖਿਆ, ਇਹ ਸਾਡੇ ਸਰੀਰ ਨੂੰ ਵੀ ਜੱਗ ਆਖਿਆ ਗੁਰਬਾਣੀ ਨੇ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਦੀ ਕਿਉਂ ਆ, ਕਿਵੇਂ ਆ? ਸਤਿਗੁਰ ਕਹਿੰਦੇ ਸੱਚੇ ਕਾ ਵਿੱਚ ਵਾਸ, ਜੇ ਵਿੱਚ ਸੱਚਾ ਵਸ ਰਿਹਾ, ਜੇ ਅਸੀਂ ਉਸ ਨੂੰ ਸਮਝ ਰਹੇ ਹਾਂ, ਉਹਦੇ ਨਿਯਮਾਂ ਅਨੁਸਾਰ ਚੱਲ ਰਹੇ ਹਾਂ। ਨਹੀਂ ਤਾਂ ਮਹਾਰਾਜ ਕਹਿੰਦੇ ਜੱਗ ਰਚਨਾ ਸਭ ਝੂਠ ਹੈ। ਜੇ ਉਹ ਵਿੱਚ ਨਹੀਂ ਵਸਿਆ, ਭਾਵ ਉਹਨੂੰ ਨਹੀਂ ਸਮਝਦੇ, ਵਸਿਆ ਤਾਂ ਉਹ ਹੈ, ਜਿਵੇਂ ਦੁੱਧ ਦੇ ਵਿੱਚ ਘਿਓ ਹੈ, ਲੱਸੀ ਹੈ, ਤੇ ਇਸ ਤਰ੍ਹਾਂ ਉਹ ਹੈ। ਇਸੇ ਤਰ੍ਹਾਂ ਸਾਡੇ ਵਿੱਚ ਵੀ ਹੈ, ਜੇ ਉਹਨੂੰ ਸਮਝਿਆ ਨਹੀਂ ਤਾਂ ਜੱਗ ਰਚਨਾ ਸਭ ਝੂਠ ਹੈ। ਜੇ ਜੱਗ ਰਚਨਾ ਸਭ ਝੂਠ ਹੈ ਤਾਂ ਇਹਨੇ ਇੱਕ ਦਿਨ ਨਾਸ਼ ਹੋ ਜਾਣਾ।
ਇੱਕ ਸਰੀਰਕ ਤੌਰ ਤੇ ਤਾਂ ਨਾਸ਼ ਹੋਣਾ ਹੀ ਆ, ਮੌਤ ਤਾਂ ਆਉਣੀ ਆਉਣੀ ਆ, ਪਰ ਜ਼ਮੀਰ ਦੇ ਤੌਰ ਤੇ, ਆਤਮਿਕ ਤੌਰ ਤੇ ਵੀ ਅਸੀਂ ਨਾਸ਼ ਕਰ ਰਹੇ ਹਾਂ। ਕਹਿਣ ਦਾ ਮਤਲਬ ਇਹ ਆ ਵੀ ਗੁਰਬਾਣੀ ਦਾ ਪੱਖ ਹਰ ਇੱਕ ਸਾਨੂੰ ਸਮਝ ਕੇ ਰੱਖਣਾ ਪੈਣਾ ਕਿ ਜਿੱਥੇ ਸਤਿਗੁਰਾਂ ਨੇ ਸੰਸਾਰ ਦੀ ਉਦਾਹਰਨ ਦੇ ਕੇ ਲੋਕਾਂ ਨੂੰ ਸਮਝਾਇਆ, ਉੱਥੇ ਸਰੀਰ ਦੀ ਉਦਾਹਰਨ ਦੇ ਕੇ ਸਾਨੂੰ ਖੁਦ ਨੂੰ ਵੀ ਸਮਝਾ ਰਹੇ ਨੇ ਜੀ। ਥੈਂਕ ਯੂ, ਦੈਟਸ ਬਿਊਟੀਫੁਲ, ਦੈਟਸ ਬਿਊਟੀਫੁਲ। ਇੱਥੇ ਦੱਸੋ ਤੁਸੀਂ ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਕਿ ਹੁਣ ਇਹ ਤਾਂ ਸਾਡੇ ਹੋ ਗਿਆ ਥਿਓਰੈਟੀਕਲ ਬੈਕਗਰਾਉਂਡ, ਜਿਹੜੀ ਗੁਰਮਤਿ ਦੀ ਬੈਕਗਰਾਉਂਡ ਆਈ ਮੀਨ, ਹਾਂਜੀ ਪਰ ਸਰ, ਹੁਣ ਅਸੀਂ ਲੋਕਾਂ ਤੱਕ ਕਿਵੇਂ ਲੈ ਕੇ ਜਾਈਏ, ਆਪਣੇ ਆਪ ਤੇ ਲੋਕਾਂ ਦੇ ਵਿੱਚ ਕਿਵੇਂ ਇਹ ਚੀਜ਼ਾਂ ਪਹੁੰਚਾਈਏ, ਇਹ ਖਿਆਲ? ਇਹ ਸਪੈਸ਼ਲ ਅਸੀਂ ਕੋਵਿਡ ਦੇ ਸੰਬੰਧ ਕਰ ਰਹੇ ਹਾਂ ਕਿ ਜਨਰਲ ਧਾਰਮਿਕ ਨੂੰ ਟੱਚ ਕਰ ਸਕਦੇ ਹਾਂ ਆਪਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜਾ ਮੈਸੇਜ ਹੈ। ਦੋਨੇ ਹੀ ਕਰ ਸਕਦੇ ਆ ਤੁਸੀਂ ਵਿੱਚ ਦੇ, ਪਰ ਕਿਉਂਕਿ ਕੋਵਿਡ ਵੀ ਜਿਹੜਾ ਸਾਡੇ ਲਈ ਜਾਂ ਹੋਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਪ੍ਰੈਜ਼ੈਂਟ ਉਹਨਾਂ ਤੋਂ ਬਚਣ ਦੇ ਲਈ, ਹਾਂਜੀ, ਸਾਨੂੰ ਆਪਣੇ ਸਰੀਰ ਦੀ ਜਿਹੜੀ ਹੈ ਲੁੱਕ ਆਫਟਰ ਤਾਂ ਕਰਨੀ ਜ਼ਰੂਰੀ ਹੈ, ਉਹਦਾ ਸਾਡਾ ਹੋ ਗਿਆ ਪ੍ਰਿੰਸੀਪਲ, ਪਰ ਹੁਣ ਇੰਪਲੀਮੈਂਟ ਕਿਵੇਂ ਕੀਤਾ ਜਾਵੇ ਜੀ? ਇੰਪਲੀਮੈਂਟੇਸ਼ਨ, ਰਾਈਟ, ਦੈਟਸ ਵੈਰੀ ਗੁੱਡ ਕੁਐਸਚਨ। ਦੇਖੋ ਸਰ, ਇੱਕ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ, ਹਾਂਜੀ, ਮਹਾਰਾਜ ਦਾ ਸ਼ਬਦ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਨਾਲ ਮੈਂ ਥੋੜ੍ਹਾ ਮੀਨਿੰਗ ਕਰੀ ਜਾਵਾਂਗਾ ਕਿ ਪਰਮਾਤਮਾ ਦੇ ਨਾਲ, ਮੋਹਨ ਦੇ ਨਾਲ, ਲਾਲਨ ਦੇ ਨਾਲ ਪ੍ਰੀਤ ਕੀਤੀ ਹੈ ਕਰੋ, ਤੇ ਉਹਦੇ ਮਨ ਜਪ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲਿਖ ਹੈ। ਕਹਿੰਦੇ ਗੋਬਿੰਦ ਦਾ ਜਾਪ ਕਰ, ਪਰਮਾਤਮਾ ਦਾ, ਹੋਰ ਤੇਰੇ ਚੀਜ਼ਾਂ ਜਿਹੜੀਆਂ ਨੇ ਉਹ ਲੌਂਗ ਟਰਮ ਰਹਿਣ ਵਾਲੀਆਂ ਨਹੀਂ ਹੈਗੀਆਂ, ਬਾਕੀ ਤੂੰ ਡਿਊਟੀਆਂ ਸਮਝ ਕੇ ਕਰਨਾ, ਲੇਕਿਨ ਤੇਰੀ ਮੇਨ ਪੈਸ਼ਨ ਜਿਹੜੀ ਹੈ ਨਾ ਉਹ ਪਰਮਾਤਮਾ ਹੋਣੀ ਚਾਹੀਦੀ ਹੈ। ਅਵਰ ਨਹੀਂ ਕੋ ਲਿਖ ਹੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੋ। ਉਸ ਤੋਂ ਗਾਂ ਜਿਹੜਾ ਸ਼ਬਦ ਦੀ ਨੈਕਸਟ ਪੰਕਤੀ ਹੈ ਨਾ, ਉਹ ਸਾਡੇ ਸਰੀਰ ਤੇ ਆ ਜਾਂਦੀ ਹੈ ਕਿ ਰਚਨਾ ਕਿਸ ਤਰ੍ਹਾਂ ਹੋਈ। ਨਿਰਗੁਣ ਹਰੀਆ, ਜਿਹੜਾ ਨਿਰਗੁਣ ਰੂਪ ਪਰਮਾਤਮਾ ਹੈ ਨਾ, ਹਰੀ ਜਿਹੜਾ ਉਹ ਨਿਰਗੁਣ ਰੂਪ ਹੈ। ਉਸੇ ਹਰੀ ਰੂਪ ਪਰਮਾਤਮਾ ਨੇ ਅਗਾਂ ਦੇਹ, ਸੰਸਾਰ ਰੂਪੀ ਦੇਹ ਧਾਰ ਲਈ ਹੈ। ਬ੍ਰਹਿਮੰਡ ਉਹਦਾ ਪਿੰਡ ਹੈ ਪਰਮਾਤਮਾ ਦਾ। ਹਾਂਜੀ, ਨਿਰਗੁਣ ਹਰੀਆ ਸਰਗੁਣ ਧਰੀਆ, ਤੇ ਜੋ ਧਰਿਆ ਦਿਸਦਾ ਪਿਆ ਹੋਇਆ, ਜੋ ਪ੍ਰਕਾਸ਼ਮਾਨ ਹੈ, ਉਹ ਸਰਗੁਣ ਰੂਪ ਹੈ ਉਹਦਾ। ਹਾਂਜੀ, ਅੱਗੇ ਸਾਡੇ ਬਾਰੇ ਗੱਲ ਆ ਗਈ, ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ। ਫਿਰ ਕਹਿੰਦੇ ਵੱਖਰੀਆਂ ਵੱਖਰੀਆਂ ਕੋਠੀਆਂ ਪਾਤੀਆਂ, ਇਹ ਸਾਡਾ ਵੱਖਰਾ ਵੱਖਰਾ ਸੀ, ਸਾਡੇ ਅਲੱਗ ਅਲੱਗ ਸੀ ਰਹਿਣਾ, ਇਹ ਕੋਠਰੀਆਂ ਨੇ, ਕੋਠੜੀਆਂ ਬਣ ਗਈਆਂ ਇਹਦੇ ਵਿੱਚ। ਅਨਕ ਕੋਠਰੀਆਂ ਭਿੰਨ 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 ਕਰੀਆ, ਅਲੱਗ ਅਲੱਗ ਤਰ੍ਹਾਂ ਨਾਲ ਬਣਾ ਦਿੱਤੀਆਂ। ਹੁਣ ਕਹਿੰਦੇ ਉਹਦੀ ਵਿਚਲੀ ਅਵਸਥਾ ਕੀ ਹੈ? ਵਿਚਲੀ ਅਵਸਥਾ ਉਹਦੀ ਹੈ, ਉਹਦੇ ਕਹਿੰਦੇ ਉਹਦੇ ਅੰਦਰ ਕੀ ਹੈ, ਵਿੱਚ ਮਨ ਕੋਠ ਵਰੀਆ। ਇਹਨਾਂ ਜਿਹੜੀਆਂ ਕੋਠੀਆਂ ਨੇ ਨਾ, ਕੋਠੀਆਂ ਵਿੱਚ ਇੱਕ ਕੋਟ ਬਣਿਆ, ਜਿਹਨੂੰ ਕਿਲਾ ਕਹਿ ਦਿੰਦੇ ਆ, ਮਨ ਦਾ ਕੋਟ ਹੈ, ਤੇ ਮਨ ਦੇ ਕੋਟ ਦੇ ਅੰਦਰ ਪਰਮਾਤਮਾ ਬੈਠਾ ਹੈ, ਨਿਜ ਮੰਦਰ ਪ੍ਰਿਆ। ਹਰ ਕਿਸੇ ਦੇ ਅੰਦਰ ਪਰਮਾਤਮਾ ਆਪਣਾ ਅਸਥਾਨ ਬਣਾ ਕੇ ਬੈਠਾ ਹੈ। ਹਾਂਜੀ, ਤੇ ਕਰਦਾ ਕੀ ਪਿਆ? ਹਾਂਜੀ, ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰੀਆ, ਤੇ ਉਹ ਆਨੰਦ ਲੈ ਰਿਹਾ, ਆਪਣੀ ਰਚਨਾ ਨੂੰ ਬਣਾ ਕੇ ਉਹਦੇ ਵਿੱਚ ਬੈਠਾ ਆਨੰਦ ਲੈ ਰਿਹਾ। ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰੀਆ, ਨਹਿ ਮਰੀਆ ਨਹਿ ਜਰੀਆ। ਸਰੀਰ ਨਾਸ਼ਵਾਨ ਹੁੰਦਾ, ਲੇਕਿਨ ਉਹ ਨਾ ਮਰਦਾ ਤੇ ਨਾ ਉਹ ਬਜ਼ੁਰਗ ਹੁੰਦਾ। ਠੀਕ ਹੈ ਜੀ। ਤੇ ਅਗਲੀ ਜਿਹੜੀ ਪੰਕਤੀ ਸੀ ਉਹ ਗਾਂ ਸਾਡੇ ਤੇ ਆ ਜਾਂਦੀ ਹੈ, ਜੋ ਕੁਐਸਚਨ ਸੀ, ਜਿੱਦਾਂ ਵੀ ਅਸੀਂ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਕਿੱਦਾਂ ਬਤੀਤ ਕਰ। ਕਹਿੰਦੇ ਹੁੰਦਾ ਕੀ ਆ, ਹੁਣ ਜਦੋਂ ਅਸੀਂ ਗ੍ਰਸਥ ਆਸ਼ਰਮ ਸੰਸਾਰ ਬਾਰੇ, ਸਰੀਰ ਬਾਰੇ ਸੋਚਦੇ ਹਾਂ ਨਾ, ਇਹਦੀ ਪਾਲਣਾ ਬਾਰੇ ਅਸੀਂ ਕੀ ਕਰਦੇ ਹਾਂ? ਅੱਗੇ ਆਉਂਦਾ ਕੀਰਤਨ ਜੁਰੀਆ। ਕੀਰਤਨ ਜਿਹੜਾ ਕਿਹਨੂੰ ਸਿਹਾਰੀ ਹੈ। ਆਮ ਕੀਰਤਨ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਕੀਰਤਨ ਕਰਨ ਨੂੰ, ਉਹਦੀ ਕੀਰਤੀ ਗਾਣ ਨੂੰ। ਇੱਥੇ ਸਿਹਾਰੀ, ਸਿਹਾਰੀ ਨਾਲੋਂ ਕਿਰਤ ਬਣ ਜਾਂਦੀ ਹੈ। ਕੀਰਤਨ ਨਹੀਂ ਹੈ ਕਿ ਕੀਰਤਨ ਹੈ, ਕਿ ਕਿਰਤਨਾ, ਕਿਰਤ ਤੋਂ ਕੀਰਤਨ ਬਣ ਗਿਆ। ਕੀਰਤਨ ਜੁਰੀਆ, ਕਹਿੰਦੇ ਹੁਣ ਉਹ ਕਿਰਤ ਨਾਲ ਜੁੜ ਗਿਆ। ਜਿਹੜੀ ਆਮ ਮਨੁੱਖ ਦੀ ਜਿਹੜੀ ਅਵਸਥਾ ਹੈ ਨਾ, ਅਸੀਂ ਭਟਕਦੇ ਕਿੱਥੋਂ ਆ? ਕੀਰਤਨ ਜੁਰੀਆ। ਫਿਰ ਕੀ ਕਰਦਾ? ਬੋਬਦ ਫਿਰੀਆ, ਆਸੇ ਪਾਸੇ ਫਿਰਦਾ ਤੁਰਦਾ, ਰੋਟੀ ਕਮਾਉਣ ਦੇ ਲਈ, ਪੈਸੇ ਕਮਾਉਣ ਲਈ, ਆਪਣਾ ਬਣਾਉਣ ਵਾਸਤੇ, ਸਾਰਾ ਵਜੂਦ ਬਣਾਉਣ ਵਾਸਤੇ। ਕੀਰਤਨ ਜੁਰੀਆ ਬੋਬਦ ਫਿਰੀਆ। ਬੋਬਦ ਫਿਰਦਾ ਫਿਰਦਾ ਕੀ ਕਰਦਾ? ਰੋਟੀ ਕਮਾਉਣ ਵਾਸਤੇ ਕੀ ਕਰਦਾ? ਬਿਖਣਾ ਕਿਰਿਆ, ਝੂਠ ਬੋਲਣਾ ਸ਼ੁਰੂ ਕਰ ਦਿੰਦਾ। ਪੈਸੇ ਕਮਾਉਣ ਵਾਸਤੇ ਦੂਜੇ ਕੋਲ ਖੋਣਾ ਸ਼ੁਰੂ, ਬਿਖਣਾ ਕਿਰਿਆ। ਬਿਖਣਾ ਮੀਨਸ ਬਿਖਣਾ ਘਿਰ ਜਾਂਦਾ ਹੈ। ਤੇ ਫਿਰ ਕੀ ਹੁੰਦਾ ਕੀ ਹੈ? ਬੋਬਦ ਕਿਰਿਆ, ਘਿਰ ਜਾਂਦਾ ਉਹਦੇ ਚੱਕਰ 'ਚ। ਜਿੱਦਾਂ ਮੱਕੜੀ ਜਾਲੇ 'ਚ ਘਿਰ ਜਾਂਦੀ ਹੈ ਨਾ, ਇਹ ਉਸੇ ਚੱਕਰ 'ਚ ਘਿਰ ਜਾਂਦਾ ਹੈ। ਤੇ ਫਿਰ ਇਹ ਸਾਡੇ ਜਿਹੜੇ ਮਨੁੱਖ ਦੀ ਸਾਰੀ ਵੱਡੀ ਮੁਸ਼ਕਲ ਹੈ। ਤੇ ਠੀਕ ਕਿੱਦਾਂ ਹੁੰਦਾ? ਜਦੋਂ ਘਿਰ ਜਾਂਦਾ ਫਿਰ ਆਂਦਾ ਠੀਕ ਹੁੰਦਾ ਵੈ, ਫਿਰ ਅਬ ਸਾਧੂ ਸੰਗ ਦਰੀਆ। ਸਾਧੂ ਨਾਲ ਮਿਲ ਕੇ
फिर की हुंदा है, अब साधु संग मिरिया, फिर हर द्वारे खरीया, हरी दे द्वारे पहुंचता है, फिर उथों ओनू मतलब जिहड़ा दर्शन करिया, नानक गुर बिरिया बौर ना फिरिया। सो ये जिहड़ा शरीर दियां जिहड़ियां पहले सानू जिहड़ियां सारियां जिहड़ियां बुरियां सोचां खो खिच है, इस तो बचना पेगा तां जो साडा मन ते कंट्रोल हो। ਜਦੋਂ ਮਨ ਤੇ ਕੰਟਰੋਲ ਹੋਏਗਾ ਤੇ ਫਿਰ ਅਸੀਂ ਜਿਹੜੀਆਂ ਬਾਹਰਲੀਆਂ ਕਮਾਂਡਸ ਹੈ ਜਿਹੜੀਆਂ ਸਾਡੇ ਲਈ ਪੋਜ਼ਿਟਿਵ ਉਹਨਾਂ ਨੂੰ ਫੋਲੋ ਕਰਾਂਗੇ। ਬਿਊਟੀਫੁਲ। ਨਹੀਂ ਤੇ ਅਸੀਂ ਕਮਾਂਡਸ ਨੂੰ ਫੋਲੋ ਕਰਾਂਗੇ। ਥੈਂਕ ਯੂ। ਗਿਆਨੀ ਜੀ ਤੁਸੀਂ ਦੱਸੋ ਆਪਣੇ ਵਿਚਾਰ ਕਿ ਵੀ ਇਸ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਵੇ। ਇਹਦੇ ਵਾਸਤੇ ਡਾਕਟਰ ਸਾਹਿਬ ਜੀ ਨੇ, ਭਾਈ ਗੁਰਪ੍ਰੀਤ ਸਿੰਘ ਉਹਨਾਂ ਸਾਰਿਆਂ ਬਹੁਤ ਸੋਹਣੇ ਵਿਚਾਰ ਦਿੱਤੇ ਨੇ। ਮੈਂ ਇਹ ਸਮਝਦਾ ਵੀ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਨੇ ਸਿਧਾਂਤ ਦਿੱਤਾ, ਜੇ ਆਪਣੇ ਆਪ ਤੇ ਅਸੀਂ ਲਾਗੂ ਕਰ ਲਈਏ ਤੇ ਦੂਸਰਿਆਂ ਵਾਸਤੇ ਉਹ ਇੱਕ ਉਦਾਹਰਣ ਬਣ ਜਾਂਦੀ ਆ, ਮਿਸਾਲ ਬਣ ਜਾਂਦੀ ਆ, ਤੇ ਉਹ ਦੇਖ ਕੇ ਫਿਰ ਬੰਦਾ ਜਿਹੜਾ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਅੱਜ ਅਸੀਂ ਜਦੋਂ ਧਾਰਮਿਕ ਤੌਰ ਤੇ ਦੇਖਦੇ ਹਾਂ ਕਿ ਬੰਦਾ ਦੇਖਣ ਨੂੰ ਬਾਹਰੀ ਤੌਰ ਤੇ ਧਾਰਮਿਕ ਆ, ਲਿਬਾਸ ਸੋਹਣਾ ਆ, ਬਾਹਰੀ ਦਿਖਾਵੇ ਲਈ ਕਰਮ ਕਾਂਡ, ਨਾਮ ਜਪਣ ਦੇ, ਪਰਉਪਕਾਰ ਦੇ, ਸੇਵਾ ਦੇ ਬੜੇ ਕੁਝ ਕਰਦਾ, ਪਰ ਅੰਦਰੋਂ ਉਹ ਨਹੀਂ ਹੁੰਦਾ। ਤੇ ਜਿਹੜੇ ਉਹਨੂੰ ਜਾਣਨ ਵਾਲੇ ਹੁੰਦੇ ਆ ਉਹ ਫਿਰ ਕਈ ਵਾਰ ਉਹਦੇ ਕਰਮਾਂ ਨੂੰ ਜਾਣ ਕੇ ਤੇ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਇਹਦੇ ਨਾਲੋਂ ਤੇ ਅਸੀਂ ਚੰਗੇ ਹਾਂ। ਉਦਾਹਰਨ ਵਜੋਂ ਸਾਨੂੰ ਗੁਰੂ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਏਕ ਪਿਤਾ ਏਕ ਸਕੇ ਹਮ ਬਾਰਿਕ ਦਾ ਉਪਦੇਸ਼ ਦਿੱਤਾ। 9 ਪਾਤਸ਼ਾਹੀਆਂ ਤੱਕ ਉਹਦੇ ਤੇ ਪੂਰਾ ਪਹਿਰਾ ਦੇ ਕੇ ਤੇ ਇੰਨਾ ਪ੍ਰਚਲਿਤ ਕਰਤਾ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਵੱਖ-ਵੱਖ ਬਰਾਦਰੀਆਂ ਦੇ, ਵੱਖ-ਵੱਖ ਮਜ਼ਹਬਾਂ ਨੂੰ, ਵੱਖਰੇ ਇਲਾਕਿਆਂ ਤੋਂ ਆਏ ਹੋਏ ਜਿਹੜੇ ਉਹ 5 ਪਿਆਰੇ ਸੀਗੇ, ਉਹਨਾਂ ਨੂੰ ਇੱਕ ਬਾਟੇ 'ਚ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਛਕਾ ਕੇ ਤੇ ਖਾਲਸਾ ਪੰਥ ਸਜਾਇਆ ਤੇ ਆਪਣਾ ਰੂਪ ਦਿੱਤਾ। ਖਾਲਸਾ ਮੇਰਾ ਰੂਪ ਹੈ ਖਾਸ। ਅੱਜ ਅਸੀਂ ਦੇਖਦੇ ਹਾਂ ਤੇ ਇਸ ਗੱਲ ਤੇ ਵੀ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਾਤ ਪਾਤ ਜਿਹੜੀ ਗੁਰੂ ਜੀ ਨੇ ਦੂਰ ਕੀਤੀ ਸੀ ਤੇ ਸਾਡਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਸੀ, ਅੱਜ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਅੰਮ੍ਰਿਤ ਵੀ ਵੱਖਰਾ ਛਕਾਇਆ ਜਾਣ ਲੱਗ ਪਿਆ ਕਿ ਸ਼ੂਦਰਾਂ ਨੂੰ ਅਲੱਗ ਬਣਾਉਣਾ, ਲੰਗਰ ਦੇ ਵਿੱਚ ਭਾਂਡੇ ਵੱਖਰੇ, ਸੰਗਤ ਪੰਗਤ ਜਿਹੜੀ ਹੈ ਫਿਰ ਤੇ ਇਸ ਕਰਕੇ ਜਦੋਂ ਇੰਪਲੀਮੈਂਟ ਦੀ ਗੱਲ ਆਉਂਦੀ ਆ, ਅਸੀਂ ਗੁਰੂ ਕੇ ਸਿਧਾਂਤ ਨੂੰ ਭੈ ਭਾਵਨੀ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ ਤੇ ਉਹਦਾ ਦੂਸਰਿਆਂ ਤੱਕ ਜਿੱਥੇ ਤੱਕ ਹੋ ਸਕੇ। ਗੁਰੂ ਜੀ ਨੇ ਜਿਹੜੇ ਪ੍ਰਚਾਰਕ 22 ਮੰਜੀਆਂ 52 ਪੀੜੇ ਸਥਾਪਨ ਕੀਤੇ, ਗੁਰੂ ਅਮਰਦਾਸ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਵਰਗੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾ ਕੇ ਤੇ ਪ੍ਰਚਾਰ ਚਲਾਇਆ, ਤੇ ਉਹ ਅੱਜ ਹਰ ਸਿੱਖ ਦੀ ਡਿਊਟੀ ਬਣਦੀ ਆ। ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪਿਆ ਵਰਾ ਨਾਮ ਜਪਾਵੇ ਦਾ ਸਿਧਾਂਤ ਗੁਰੂ ਜੀ ਨੇ ਜਿਹੜਾ ਦਿੱਤਾ, ਇਹਨੂੰ ਮੰਨ ਕੇ ਤੇ ਆਪ ਤੇ ਦੂਸਰਿਆਂ ਨੂੰ ਅਸੀਂ ਇਸ ਪਾਸੇ ਲਾ ਸਕਦੇ ਹਾਂ। That's beautiful. That's some practical suggestions. So in other words, what's happening is maybe we should start ਭਾਈ ਗੁਰਬਖਸ਼ ਸਿੰਘ ਸੀਗੇ ਆਪਣੇ ਪ੍ਰੀਤ ਲੜੀ ਵਾਲੇ, ਉਹ ਪ੍ਰੀਤੀ ਭੋਜਨ ਦੀ ਰੀਤ ਚਲਾਈ ਸੀ ਉਹਨਾਂ ਨੇ ਕਿ ਵੀ ਰਲ ਮਿਲ ਕੇ ਜਿਹੜੇ ਯਾਰ ਦੋਸਤ ਨੇ, ਨੋ ਮੈਟਰ ਕੀ ਉਹਨਾਂ ਦਾ ਜਾਤ ਪਾਤ ਕੀ ਉਹਨਾਂ ਦਾ ਹੈ, ਸਾਰੇ ਰਲ ਮਿਲ ਕੇ ਇਕੱਠੇ ਖਾਣਾ ਖਾਣ ਹੈ ਜੀ। ਇਹਨਾਂ ਮੁਲਕਾਂ ਦੇ ਵਿੱਚ ਪੋਟਲਕ ਕਹਿੰਦੇ ਆ ਉਹਨਾਂ ਨੂੰ, ਜਿੱਥੇ ਕਿ ਬੰਦੇ ਥੋੜੀ ਬਹੁਤੀ ਚੀਜ਼ ਲੈ ਕੇ ਆਉਂਦੇ ਆ, ਜਿਹੜੀ ਉਹਨਾਂ ਨੂੰ ਠੀਕ ਲੱਗੇ ਆ ਕੇ ਯਾਰਾਂ ਦੋਸਤਾਂ ਦੇ ਨਾਲ ਸਾਂਝ ਕਰਦੇ ਆ, ਤਾਂ ਕਿ ਉਹੀ ਜੋ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਤੇ ਗੁਰੂ ਅਮਰਦਾਸ ਜੀ ਨੇ, ਉਹ ਮੁੜ ਕੇ ਉਸ ਨੂੰ ਦੁਬਾਰਾ ਉਹਨੂੰ ਸਾਨੂੰ ਦੁਹਰਾਉਣ ਦੀ ਲੋੜ ਹੈ ਇਸ ਤਰੀਕੇ ਦੇ ਨਾਲ ਕਿ ਅਸੀਂ ਭਾਈਚਾਰਾ ਕਿਵੇਂ ਪੈਦਾ ਕੀਤਾ ਜਾਵੇ। ਗੁਰਪ੍ਰੀਤ ਸਿੰਘ, ਤੁਹਾਡੇ ਕੀ ਖਿਆਲ ਹੈ ਇਹਦੇ ਬਾਰੇ? ਦੇਖੋ ਜੀ, ਜਿਵੇਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੀ ਨੇ, ਧਰਮ ਸਿੰਘ ਜੀ ਨੇ ਤੁਸੀਂ ਆਖਿਆ, ਇਹ ਤਾਂ ਹੀ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ, ਲਾਗੂ ਕਰ ਸਕਦੇ ਹਾਂ ਇਹਨਾਂ ਸਿਧਾਂਤਾਂ ਨੂੰ, ਜੇ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਮੰਨਾਂਗੇ। ਜਿਹੜੀ ਸਿੱਖੀ ਹੈ ਉਹ ਸਿਰਫ ਤੇ ਸਿਰਫ ਮੰਨਣ ਤੇ ਟਿਕੀ ਹੋਈ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾ ਆਓ। ਜਿਵੇਂ ਸਾਡੇ ਅੰਦਰ ਹੀ ਤੀਰਥ ਹੈ ਤੇ ਮਨ ਨੂੰ ਅੰਦਰ ਹੀ ਨਿਭਾਉਣਾ, ਉਹ ਕਿਸੇ ਨੇ ਥੋੜੀ ਨਿਭਾਉਣਾ ਕਿ ਵੀ ਚੱਲ ਆ ਜਾ ਤੇਰੇ ਮਨ ਨੂੰ ਨਿਭਾਈਏ, ਇਹ ਅਸੀਂ ਖੁਦ ਨਿਭਾਉਣਾ ਪੈਣਾ। ਯੈਸ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਗੁਰੂ ਸਾਹਿਬ ਨੂੰ ਤਾਂ ਰਹਿਤ ਪਿਆਰੀ ਲੱਗਦੀ ਹੈ,
ਜਿਹੜਾ ਸਾਡਾ ਬਾਣਾ ਪਾਇਆ, ਪੱਗ ਬੰਨੀ, ਜਾਂ ਅਸੀਂ ਦਾੜੀ ਰੱਖੀ ਹੈ, ਜਾਂ ਅਸੀਂ ਕਿਰਪਾਨ ਪਾ ਕੇ ਚੌੜੇ ਹੋਏ ਤੁਰੇ ਫਿਰਦੇ ਹਾਂ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਚੰਗਾ ਤਾਂ ਲੱਗੇਗਾ ਜੇ ਸਾਡੇ ਕੋਲ ਸਤਿਗੁਰਾਂ ਦੀ ਬਾਣੀ ਦੇ ਗੁਣ ਹੋਣਗੇ। ਮੈਂ ਕਿੱਥੇ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦਾ, ਸਾਡੇ ਜਿੰਨੇ ਵੀ ਧਾਰਮਿਕ ਅਦਾਰੇ ਨੇ, ਗੁਰਦੁਆਰਾ ਸਾਹਿਬ ਨੇ, ਗ੍ਰੰਥੀ ਸਿੰਘ ਨੇ, ਪ੍ਰਚਾਰਕ ਨੇ, ਰਾਗੀ ਢਾਡੀ ਨੇ, ਜਾਂ ਮੇਰੇ ਵਰਗੇ ਲੈਕਚਰ ਦੇਣ ਵਾਲੇ ਆਪਣੇ ਆਪ ਨੂੰ ਕਹਿੰਦੇ ਕਾਉਂਦੇ ਨੇ, ਉਹਨਾਂ ਨੂੰ ਇਹ ਸਮਾਜ ਦੇ ਵਿੱਚ ਸਤਿਗੁਰਾਂ ਦੀ ਬਾਣੀ ਨੂੰ ਪਹੁੰਚਾਉਣਾ ਚਾਹੀਦਾ ਔਰ ਕਲੀਅਰ ਕਰਨਾ ਚਾਹੀਦਾ, ਸਪਸ਼ਟ ਕਰਨਾ ਚਾਹੀਦਾ। ਡਾਕਟਰ ਸਾਹਿਬ ਜੀ, ਸਾਡੇ ਲੋਕਾਂ ਨੂੰ ਜੇ ਇਹ ਨਹੀਂ ਪਤਾ ਲੱਗਿਆ ਸੱਚਖੰਡ ਕਿੱਥੇ ਆ। ਬਾਣੀ ਦੇ ਵਿੱਚ ਪੜ੍ਹੀ ਤਾਂ ਜਾਂਦੇ ਆ ਵੀ ਸੱਚਖੰਡ ਵਸੈ ਨਿਰੰਕਾਰ, ਵੀ ਜਿਹੜਾ ਨਿਰੰਕਾਰ ਹੈ ਉਹ ਸੱਚਖੰਡ ਦੇ ਵਿੱਚ ਵਸ ਰਿਹਾ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਇਹ ਵੀ ਆਖਦੇ ਨੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ। ਉਹ ਪਤਾ ਹੀ ਨਹੀਂ ਦਰ ਕਿੱਥੇ ਹੈ, ਘਰ ਕਿੱਥੇ ਹੈ। ਔਰ ਗੁਰਬਾਣੀ ਦੇ ਵਿੱਚ ਸਾਡੇ ਦਿਮਾਗ ਨੂੰ ਸੱਚੇ ਪਾਤਸ਼ਾਹ ਜੀ ਨੇ ਬਹੁਤ ਉੱਚਾ ਚੁੱਕਣ ਲਈ, ਵਿਸ਼ਾਲ ਕਰਨ ਲਈ, ਸਾਡਾ 10ਵਾਂ ਦਵਾਰ ਖੋਲਣ ਲਈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਘੁੰਡੀਆਂ ਰੱਖੀਆਂ ਨੇ, ਪਰ ਗੁਰਬਾਣੀ ਦੇ ਵਿੱਚ ਹੀ ਸਮਝਾ ਦਿੱਤੀਆਂ। ਗੁਰਬਾਣੀ ਤੋਂ ਬਾਹਰ ਜਾ ਕੇ ਇਹਨਾਂ ਘੁੰਡੀਆਂ ਨੂੰ ਜਦੋਂ ਸਮਝਾਂਗੇ ਤਾਂ ਅਸੀਂ ਪਜਲ ਹੋ ਜਾਵਾਂਗੇ, ਅਸੀਂ ਆਪਣੇ ਆਪ ਦੇ ਵਿੱਚ ਜਾਂ ਗੁਰਬਾਣੀ ਨੂੰ ਸਮਝਣ ਦੇ ਵਿੱਚ ਫਸ ਜਾਵਾਂਗੇ। ਪਰ ਜਦੋਂ ਗੁਰ ਕੀ ਬਾਣੀ ਗੁਰ ਤੇ ਜਾਤੀ ਨੂੰ ਸਮਝਾਂਗੇ ਫਿਰ ਸਾਨੂੰ ਕਲੀਅਰ ਹੋਏਗਾ ਵੀ ਸੱਚਖੰਡ ਹੈ ਕਿੱਥੇ ਆ। ਕਹੋ ਕਬੀਰ ਇਹ ਕਹੀਏ ਕਾਹੇ, ਇਹ ਕਬੀਰ ਦੱਸ ਸੱਚਖੰਡ ਕਿੱਥੇ ਹੈ। ਉਹ ਲੋਕ ਰੌਲਾ ਪਾ ਰਹੇ ਨੇ ਨਾ, ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ। ਗੱਲਾਂ ਨਾਲ ਹੀ ਕਹੀ ਜਾਂਦੇ ਆ ਵੀ ਅਸੀਂ ਸੱਚਖੰਡ ਜਾਣਾ, ਸੱਚਖੰਡ ਜਾਣਾ। ਕਬੀਰ ਸਾਹਿਬ ਕਹਿੰਦੇ ਹੈ ਕਿੱਥੇ ਆ। ਕਹੋ ਕਬੀਰ ਇਹ ਕਹੀਏ ਕਾਹੇ, ਕਲੀਅਰ ਕਰ ਦਿੱਤਾ, ਸਾਧ ਸੰਗਤ ਬੈਕੁੰਠੇ ਆ, ਇਹ ਕਾਇਨਾਤ ਹੀ ਉਹਦਾ ਸੱਚਖੰਡ ਹੈ। ਫੇਰ ਅਸੀਂ ਜਦੋਂ ਗੁਰਬਾਣੀ ਦੀ ਪੰਕਤੀ ਸਾਹਮਣੇ ਆਉਂਦੀ ਹੈ, ਸੱਚਖੰਡ ਵਸੈ ਨਿਰੰਕਾਰ, ਫੇਰ ਅਸੀਂ ਨਿਰੰਕਾਰ ਨੂੰ ਲੱਭਣ ਭੱਜ ਲੈਂਦੇ ਹਾਂ ਵੀ ਨਿਰੰਕਾਰ ਕਿੱਥੇ ਵਸ ਰਿਹਾ ਵਾ, ਹਨਾ। ਨਿਰੰਕਾਰ ਤੋਂ ਪਹਿਲਾਂ ਅਸੀਂ ਸੱਚਖੰਡ ਲੱਭਣ ਭੱਜ ਲੈਂਦੇ ਹਾਂ। ਹੁਣ ਇੱਥੇ ਹੀ ਜੇ ਆਪਾਂ ਦੇਖੀਏ ਵੀ ਨਿਰੰਕਾਰ ਕਿੱਥੇ ਵਸ ਰਿਹਾ, ਗੁਰਬਾਣੀ ਨੇ ਸਪਸ਼ਟ ਕਰ ਦਿੱਤਾ। ਜਿਵੇਂ ਮਾਨਯੋਗ ਡਾਕਟਰ ਸਾਹਿਬ ਜੀ ਨੇ ਵੀ ਆਖਿਆ ਸੀ, ਨਿਰਗੁਣ ਆਪ ਸਰਗੁਣ ਵੀ ਉਹੀ। ਸਾਡੇ ਵਰਗੇ ਇਹ ਲੋਕਾਂ ਨੂੰ, ਸਾਡੇ ਦੁਨੀਆ ਨੂੰ ਨਹੀਂ ਸਮਝਾ ਸਕੇ ਵੀ ਜਿਹੜੀ ਕਾਇਨਾਤ ਹੈ ਇਹੀ ਅਕਾਲ ਪੁਰਖ ਦਾ ਰੂਪ ਹੈ। ਸਤਿਗੁਰਾਂ ਨੇ ਸਾਰਾ ਵਹਿਮ ਹੀ ਕੱਢ ਦਿੱਤਾ। ਲੋਗਾ, ਹੇ ਲੋਗਾ, ਭਰਮ ਨਾ ਭੁੱਲੋ ਭਾਈ, ਕਿਸੇ ਭਰਮ ਦੇ ਵਿੱਚ ਭੁਲੇਖੇ ਵਿੱਚ ਨਾ ਪੈ ਜਾਇਓ। ਕਹਿੰਦੇ ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਹੋ ਰੱਬ ਥਾਈ। ਸਾਨੂੰ ਕੋਈ ਇਹ ਮਤਲਬ ਆਪਸ ਦੇ ਵਿੱਚ ਗਿਲਾ ਹੀ ਨਹੀਂ ਰਹਿਣਾ ਚਾਹੀਦਾ, ਕੋਈ ਮਤਲਬ ਸਾਨੂੰ ਇਹ ਤਕਰੀਰ ਨਹੀਂ ਰਹਿਣੀ ਚਾਹੀਦੀ ਬਈ ਰੱਬ ਹੈ ਕਿੱਥੇ ਆ। ਇਹ ਕਾਇਨਾਤ ਵਿੱਚ ਵਸ ਰਿਹਾ, ਕਾਇਨਾਤ ਦੇ ਵਿੱਚ ਅਸੀਂ ਵੀ ਆ ਰਹੇ ਹਾਂ। ਸੋਹੰਗ ਦਾ ਮਤਲਬ ਹੀ ਇਹ ਆ ਵੀ ਜੋ ਉਹ ਹੈ ਉਹ ਵੀ ਮੈਂ ਆ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹ ਸੋਨੇ ਦਾ ਪਹਾੜ ਹੈ, ਅਸੀਂ ਇੱਕ ਛੋਟਾ ਜਿਹਾ ਸੋਨੇ ਦਾ ਗਹਿਣਾ ਕੜਾ ਹਾਂ। ਉਹ ਸਮੁੰਦਰ ਹੈ, ਅਸੀਂ ਇੱਕ ਛੋਟੀ ਜਿਹੀ ਬੂੰਦ ਹਾਂ। ਇਹ ਜਦੋਂ ਸਮਝਾ ਦਿੱਤਾ ਨਾ ਵੀ ਰੱਬ ਪੂਰੀ ਕਾਇਨਾਤ ਵਿੱਚ ਹੈ, ਜਿਵੇਂ ਗੁਰਦੁਆਰੇ ਮੰਦਿਰ ਗੀਤ ਚਰਚਾਂ ਵਿੱਚ ਮੰਨ ਰਹੇ ਆ, ਜਦੋਂ ਤੁਸੀਂ ਸਾਰਿਆਂ ਦੇ ਵਿੱਚ ਪੂਰੀ ਕਾਇਨਾਤ ਦੇ ਵਿੱਚ ਸਮਝਣਾ ਸ਼ੁਰੂ ਕਰ ਦਿੱਤਾ, ਉਦੋਂ ਅਸੀਂ ਚੰਗੇ ਪਾਸੇ ਤੁਰ ਪਾਵਾਂਗੇ। ਉਦੋਂ ਇਹ ਗੱਲਾਂ ਇੰਪਲੀਮੈਂਟ ਹੋਣਗੀਆਂ, ਆਪਣੇ ਆਪ ਹੋਣਗੀਆਂ। ਸੱਚਖੰਡ ਵਸੈ ਨਿਰੰਕਾਰ, ਜਦੋਂ ਅਸੀਂ ਨਿਰੰਕਾਰ ਸਮਝ ਲਿਆ ਵੀ ਉਹ ਕਾਇਨਾਤ ਵਿੱਚ ਵਸ ਰਿਹਾ ਨਾ। ਗੱਲ ਤੁਹਾਡੀ ਠੀਕ ਹੈ, ਦੱਸ ਠੀਕ। ਜਿਵੇਂ ਹੁਣ ਯੂ ਵਰਕ ਵਿਦ ਕੀ ਕਹਿੰਦੇ ਸਟੂਡੈਂਟਸ ਤੁਹਾਡੇ ਆਲੇ ਦੁਆਲੇ ਨੇ ਕਾਲਜ ਦੇ ਵਿੱਚ ਜੀ, ਆਲੇ ਦੁਆਲੇ ਜਿੱਥੇ ਤੁਸੀਂ ਰਹਿੰਦੇ ਹੋਵੋਗੇ ਉੱਥੇ ਵੀ ਯੰਗ ਬੰਦੇ ਹੋਣਗੇ ਜਾਂ ਹੋਰ ਤਰ੍ਹਾਂ ਦੇ ਜੀ। ਉਹਨਾਂ ਦੇ ਨਾਲ ਕਿਸ ਤਰ੍ਹਾਂ ਰਿਲੇਸ਼ਨ ਪੈਦਾ ਕੀਤਾ ਜਾਵੇ ਕਿ ਜਿਹੜੀ ਆਪਾਂ ਗੱਲਾਂ ਕਰਦੇ ਆ ਉਹ ਥੋੜਾ ਬਹੁਤਾ ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਲਿਆ ਸਕੀਏ। ਦੇਖੋ ਜੀ, ਜਿਹੜੇ ਉਹ ਲੋਕ ਨੇ ਕਿਤੇ ਨਾ ਕਿਤੇ ਤਾਂ ਜੁੜੇ ਹੁੰਦੇ ਨੇ, ਜਿਹੜੇ ਵੀ ਸਟੂਡੈਂਟ ਨੇ, ਬੱਚੇ ਨੇ, ਉਹ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਜੋਗੀਆਂ ਦੀ ਉਦਾਹਰਨ ਦੇ ਕੇ ਸਮਝਾਇਆ, ਸਿੱਧਾਂ ਨੂੰ ਸਿੱਧਾਂ ਦੀ ਉਦਾਹਰਨ ਦੇ ਕੇ ਸਮਝਾਇਆ। ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਵੀ ਸਮਝਾਈਏ ਬਈ ਜਿਹੜਾ ਤੁਹਾਡੇ ਜਿਹਨੂੰ ਵੀ ਤੁਸੀਂ ਮੰਨ ਰਹੇ ਆ ਉਹ ਅਕਾਲ ਪੁਰਖ ਨੂੰ, ਰੱਬ ਨੂੰ ਕਿੱਥੇ ਮੰਨ ਰਹੇ ਨੇ। ਉਹਨਾਂ ਨੇ ਵੀ ਇਹੀ ਗੱਲ ਕਹਿਣੀ ਆ ਵੀ ਸਾਰੀ ਕਾਇਨਾਤ ਵਿੱਚ, ਸਾਰੀ ਕੁਦਰਤ ਵਿੱਚ। ਬਸ ਫਿਰ ਉੱਥੇ ਹੀ ਆਪਾਂ ਗੁਰਬਾਣੀ ਨੂੰ ਮੁੱਖ ਰੱਖਦੇ ਹਾਂ, ਇਹੀ ਉਪਦੇਸ਼ ਦਈਏ, ਇਹੀ ਗੱਲ ਉਹਨਾਂ ਨੂੰ ਸਮਝਾਈਏ ਵੀ ਜਿੰਨੇ ਵੀ ਲੋਕ ਨੇ, ਜਿੰਨੇ ਵੀ ਸੰਸਾਰ ਨੇ, ਇਹ ਰੱਬ ਦਾ ਰੂਪ ਹੈ। ਜੇਕਰ ਤੁਸੀਂ ਪੜ੍ਹਾਈਆਂ ਕਰ ਰਹੇ ਹੋ, ਅੱਗੇ ਜਾ ਕੇ ਆਫਿਸਰ ਬਣਨਾ, ਜਾਂ ਤੁਸੀਂ ਅੱਗੇ ਜਾ ਕੇ ਡਾਕਟਰ ਬਣਨਾ, ਵਕੀਲ ਬਣਨਾ, ਜੱਜ ਬਣਨਾ, ਇੰਜੀਨੀਅਰ ਬਣਨਾ, ਪ੍ਰੋਫੈਸਰ ਬਣਨਾ, ਕਿਤੇ ਵੀ ਖਿੱਤੇ ਵਿੱਚ ਜਾਣਾ, ਤੁਸੀਂ ਇੰਨੀ ਇਮਾਨਦਾਰੀ ਨਾਲ ਕੰਮ ਕਰਨਾ ਕਿ ਲੋਕ ਤੁਹਾਡੇ ਵਿੱਚੋਂ ਇਹ ਗੱਲਾਂ ਕਰਨ, ਲੋਕ ਤੁਹਾਡੇ
ਤੁਹਾਡੇ ਵਿੱਚੋਂ ਰੱਬ ਦੇਖਣ, ਲੋਕ ਜਦ ਹੀ ਕਹਿ ਦਿਆ ਕਰਨ ਵੀ ਉਹ ਤਾਂ ਰੱਬ ਦਾ ਰੂਪ ਹੀ ਬੈਠਾ। ਜਦੋਂ ਵੀ ਜਾਈਦਾ ਨਾ ਬਸ ਇਸ ਤਰ੍ਹਾਂ ਉਹ ਸਾਡੇ ਕੰਮ ਕਰ ਦਿੰਦੇ ਆ ਜਿਵੇਂ ਰੱਬ ਕੰਮ ਕਰਦਾ। ਇਸੇ ਤਰ੍ਹਾਂ ਸਾਨੂੰ ਇਹਨਾਂ ਸਟੂਡੈਂਟਾਂ ਨੂੰ, ਬੱਚਿਆਂ ਨੂੰ ਸਮਝਾਉਣਾ ਪੈਣਾ ਵੀ ਤੁਸੀਂ ਵੀ ਰੱਬ ਦਾ ਰੂਪ ਹੋ, ਪਰ ਆਪਣੇ ਆਪ ਦੇ ਵਿੱਚੋਂ ਰੱਬ ਨੂੰ ਖੋਜੋ, ਰੱਬ ਅਸਲ ਦੇ ਵਿੱਚ ਹੈ ਕੀ ਹੈ। ਥੈਂਕ ਯੂ, ਥੈਂਕ ਯੂ। ਅੱਛਾ ਗਿਆਨੀ, ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਇਹ ਦੱਸੋ ਕਿ ਵੀ ਪ੍ਰੈਕਟੀਕਲ ਰੂਪ ਆਪਾਂ ਕਿਵੇਂ ਹੋਰ ਤਰੀਕੇ ਨਾਲ ਦੇ ਸਕਦੇ ਆ ਇਹਨਾਂ ਨੂੰ, ਕਿ ਵੀ ਤਾਂ ਕਿ ਜਿਹੜਾ ਸਾਡੀ ਆਪਣੀ ਸੰਗਤ ਆ, ਜਿਹੜੇ ਇਹਦੇ ਆਲੇ ਦੁਆਲੇ ਘੁੰਮਦੇ ਆ, ਉਹਦੇ ਵਿੱਚ ਇਹ ਚੀਜ਼ਾਂ ਆ ਸਕਣ ਜਿਹੜੀਆਂ ਤੁਸੀਂ ਕਹੀਆਂ, ਗੁਰਪ੍ਰੀਤ ਸਿੰਘ ਹੁਣਾਂ ਨੇ, ਗਿਆਨੀ ਧਰਮ ਸਿੰਘ ਹੁਣਾਂ ਨੇ ਕਹੀਆਂ, ਤਾਂ ਕਿ ਅਸੀਂ ਉਹਨਾਂ ਨੂੰ ਪ੍ਰੈਕਟਿਸ ਵਿੱਚ ਵੀ ਲਿਆਈਏ। ਜਿਵੇਂ ਹੁਣ ਦੇਖੋ ਨਾ, ਗੁਰੂ ਨਾਨਕ ਸਾਹਿਬ ਨੇ ਇਕੱਲੀ ਫਿਲਾਸਫੀ ਨਹੀਂ ਦੱਸੀ, ਜਿਵੇਂ ਉਹਨਾਂ ਦਾ ਕਰਤਾਰਪੁਰ ਦਾ ਜਿਹੜਾ ਸੀਗਾ ਖੇਤੀਬਾੜੀ ਕਰਵਾਈ ਤੇ ਉੱਥੇ ਬੰਦਿਆਂ ਦੇ ਕੰਮ ਕਰਾਉਂਦੇ ਸੀ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਆਪ ਨਾਲ ਬਾਣ ਵੱਟਦੇ ਸੀ ਤੇ ਨਾਲੇ ਮਾਤਾ ਖੀਵੀ ਜਿਹੜੇ ਸੀਗੇ ਕਿਵੇਂ ਲੰਗਰ ਦੀ ਸੇਵਾ ਕਰਦੇ ਸੀਗੇ, ਤੇ ਨਾਲੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਸੀ। ਗੁਰੂ ਸਾਹਿਬ ਰੈਸਲਿੰਗ ਸਿਖਾਉਂਦੇ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਤਲਬ ਚੱਲ ਸਚਲ ਗਾਂ ਦੀ ਗਾਂ ਹੈ। ਇਸ ਤਰ੍ਹਾਂ ਆਪਾਂ ਇਹ ਗਿਆਨੀ ਦੇ ਗੁਰਬਾਣੀ ਦੇ ਬੈਕਗਰਾਊਂਡ ਤੋਂ ਕਿਹੜੀਆਂ ਚੀਜ਼ਾਂ ਕਰ ਸਕਦੇ ਹਾਂ ਜਿਹਦੇ ਨਾਲ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਜਾਤ ਪੈਤ ਰਹਿਤ ਤੇ ਗੁਰਮਤਿ ਅਸੂਲਾਂ ਤੇ ਬਲ ਖਿੱਚ ਕਰ ਸਕੀਏ। ਹਾਂਜੀ ਡਾਕਟਰ ਸਾਹਿਬ, ਦੇਖੋ ਜਿਸ ਤਰ੍ਹਾਂ ਅਸੀਂ ਟੌਪਿਕ ਸ਼ੁਰੂ ਕੀਤਾ ਹੈ ਕਿ ਹਰਿਮੰਦਰ ਇਹ ਸ਼ਰੀਫ ਹੈ, ਸੋ ਜਦੋਂ ਅਸੀਂ ਪ੍ਰਚਾਰ ਸ਼ੁਰੂ ਕਰਨਾ ਹੈ, ਉਹਦੀ ਪਹਿਲੀ ਪ੍ਰੀ ਰਿਕੁਆਇਰਮੈਂਟ ਕੀ ਹੈਗੀ ਹੈ ਕਿ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ। ਜੋ ਵੀ ਚੀਜ਼ ਸ਼ੁਰੂ ਹੋਣੀ ਹੈ ਸੈਲਫ ਤੋਂ ਸ਼ੁਰੂ ਹੋਣੀ ਹੈ। ਯੈਸ। ਆਮ ਤੌਰ ਤੇ ਹੁਣ ਜਦੋਂ ਸ਼ਬਦ ਆਉਂਦਾ ਹੈ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਤੂੰ ਜੰਗਲਾਂ 'ਚ ਖੋਜਣ ਲੱਭਣ ਚਲਾ ਗਿਆ। ਤੇ ਕਈਆਂ ਦੇ ਮਨ 'ਚ ਸਵਾਲ ਆ ਜਾਂਦਾ ਹੈ ਭਈ ਇਹਦਾ ਮਤਲਬ ਜਿੰਨੇ ਗੁਰਦੁਆਰੇ ਮੰਦਿਰ ਮਸਜਿਦਾਂ ਬਣੀਆਂ ਇੱਥੇ ਵੀ ਜਾਣ ਦੀ ਲੋੜ ਨਹੀਂ ਹੈਗੀ, ਜੀ ਅੰਦਰ ਹੀ ਬੈਠਾ ਹੈ। ਤੇ ਉਹ ਜੋ ਤੁਸੀਂ ਸਵਾਲ ਕੀਤਾ ਨਾ ਡਾਕਟਰ ਸਾਹਿਬ ਕਿ ਕਿੱਥੋਂ ਅਸੀਂ ਪ੍ਰੋਪੇਗੇਟ ਕਰਨਾ ਹੈ, ਦਾਸ ਜੋ ਉਹਦਾ ਮਤਲਬ ਲੈਂਦਾ ਹੈ ਕਿ ਉਹਦਾ ਸਾਨੂੰ ਭਾਵ ਸਮਝਣ ਦੀ ਲੋੜ ਹੈ। ਇਹ ਕਿਧਰੇ ਨਹੀਂ ਕਿਹਾ ਗਿਆ ਕਿ ਪਰਮਾਤਮਾ ਬਾਹਰ ਨਹੀਂ ਹੈਗਾ, ਕਿਉਂਕਿ ਗੁਰਬਾਣੀ ਕੀ ਕਹਿੰਦੀ ਹੈ, ਅਗਲੀ ਪੰਕਤੀ ਆ ਜਾਂਦੀ ਹੈ। ਦੇਖੋ ਸ਼ਬਦ ਕਿੰਨਾ ਵਾਸਟ ਹੈਗਾ। ਪਹਿਲਾਂ ਸ਼ੁਰੂ ਕਰਦਾ ਕਾਹੇ ਰੇ ਬਨ ਖੋਜਨ ਜਾਈ, ਤੂੰ ਬਨਾਂ ਚ ਜਾਣਾ, ਕਿਉਂ? ਉਹ ਤੇਰੇ ਨਾਲ ਰਹਿੰਦਾ। ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਉਹਨੂੰ ਉਦਾਹਰਨ ਦੇ ਦਿੱਤੀ ਹੈ ਕਿ ਤੇਰੇ ਨਾਲ ਕਿੱਦਾਂ ਵਸਦਾ ਪਿਆ ਹੈ, ਕਿ ਜਿਸ ਤਰ੍ਹਾਂ ਕਿ ਪੋਹਪ ਮੱਧ ਜੋ ਬਾਸ ਵਸਦਾ, ਜਿਸ ਤਰ੍ਹਾਂ ਕਹਿੰਦੇ ਫੁੱਲ ਚ ਖੁਸ਼ਬੂ ਹੈਗੀ ਹੈ। ਹਾਂਜੀ ਠੀਕ ਹੈ, ਉਹ ਤਾਂ ਵਜੂਦ ਫੁੱਲ ਕਰਦੀ ਹੈ, ਫੁੱਲ ਦੇ ਅੰਦਰੋਂ ਆ ਰਹੀ ਹੈ। ਤੇ ਮੁਕਰ ਵਾਹੇ ਜੈਸੇ ਛਾਈ, ਜਿਹੜਾ ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚੋਂ ਤੂੰ ਉਹਨੂੰ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰੇਗਾ, ਫੜਿਆ ਨਹੀਂ ਜਾਏਗਾ। ਪਰ ਹੈ ਮੈਂ ਉਦੋਂ ਤੱਕ ਹੈ ਜਦੋਂ ਤੱਕ ਤੂੰ ਉਹਦੇ ਸਾਹਮਣੇ, ਉਹਦਾ ਮਤਲਬ ਪਕੜੀ ਨਹੀਂ ਜਾ ਸਕਦੀ। ਪੈਸੇ ਹੀ ਹਰ ਬਸਿਆ ਨਿਰੰਤਰ, ਘਟ ਹੀ ਖੋਜੋ ਪਾਏ। ਹੁਣ ਅਗਲੀ ਪੰਕਤੀ ਵੇਖੋ, ਬੜੀ ਪਚੀਦਾ ਹੈ। ਬੰਦਾ ਸੋਚੇਗਾ ਬਾਹਰ ਜਾਣ ਲਈ, ਕਹਿੰਦਾ ਅਖੀਰ ਤੇ ਗੁਰੂ ਸਾਹਿਬ ਕਹਿੰਦੇ ਨੇ ਬਾਹਰ ਭੀਤਰ ਇੱਕ ਹੋ ਜਾਣਾ। ਚੀਜ਼ ਨੂੰ ਨਾ ਵੱਡਾ ਵਿਸ਼ਾਲ ਰੂਪ ਦੇ ਦਿੱਤਾ। ਅੰਦਰ ਦੀ ਗੱਲ ਕਰਕੇ ਵੀ ਅੰਦਰੋਂ ਲੱਭਣਾ ਹੈ, ਫੇਰ ਵਿਸ਼ਾਲ ਰੂਪ ਕੀ ਦੇ ਦਿੱਤਾ ਹੈ ਕਿ ਇਹ ਨਾ ਭੁਲੇਖੇ ਚ ਪੈ ਜਾਏ ਕਿ ਉਹ ਬਾਹਰ ਨਹੀਂ ਹੈਗਾ, ਬਾਹਰ ਵੀ ਹੈਗਾ। ਪਰ ਤੈਨੂੰ ਕਿਉਂ ਅੰਦਰ ਖੋਜਣ ਲਈ ਕਿਹਾ ਗਿਆ? ਕਿਉਂਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਸ਼ੁਰੂ, ਤੇ ਅਸੀਂ ਜੋ ਸਾਨੂੰ ਚੀਜ਼ ਉਪਲਬਧ ਹੈ ਉੱਥੋਂ ਸ਼ੁਰੂ ਕਰਦੇ ਹਾਂ। ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਤੇ ਜੇ ਮੇਰੇ ਕੋਲ ਥੋੜਾ ਬਹੁਤਾ ਸਰਮਾਇਆ, ਮੈਂ ਉਹਦੇ ਨਾਲ ਸ਼ੁਰੂ ਕਰਾਂਗਾ, ਮੈਂ ਪਹਿਲਾਂ ਲੋਨ ਲੈਣ ਦੀ ਨਹੀਂ ਸੋਚਾਂਗਾ ਆਪਣੀ ਵਰਤ ਦੇ ਨਾਲ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਜੋ ਤੈਨੂੰ ਦਿੱਤਾ ਗਿਆ ਸਰੀਰ ਇੱਥੇ ਤੇਰਾ ਕੰਟਰੋਲ ਹੈ, ਤੂੰ ਇਹਦੇ ਤੋਂ ਹੀ ਪ੍ਰੈਕਟੀਕਲ ਸ਼ੁਰੂ ਕਰਨਾ ਹੈ। ਪਰ ਜਦੋਂ ਤੂੰ ਇਸ ਪ੍ਰੈਕਟੀਕਲ ਦੇ ਵਿੱਚ ਕਾਮਯਾਬ ਹੋਣਾ ਸ਼ੁਰੂ ਹੋ ਜਾਏਗਾ, ਫੇਰ ਤੂੰ ਉਹ ਜਿਹੜਾ ਪ੍ਰੈਕਟੀਕਲ ਹੈ, ਜਿੱਦਾਂ ਤੁਸੀਂ ਤੁਹਾਡਾ ਸਵਾਲ ਸੀ ਕਿ ਬਾਹਰ ਕਿੱਦਾਂ ਪਹੁੰਚਾਣਾ ਹੈ, ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ। ਜਦੋਂ ਤੈਨੂੰ ਪ੍ਰੈਕਟੀਕਲ ਚੋਂ ਕੁਝ ਲੱਭਣਾ ਸ਼ੁਰੂ ਹੋ ਜਾਏਗਾ, ਫਿਰ ਉਹ ਪ੍ਰੈਕਟੀਕਲ ਦੀ ਨੌਲੇਜ ਤੋਂ ਬਾਹਰ ਬਣ ਸਕਦਾ ਹੈ। ਫਿਰ ਤੂੰ ਬਾਹਰ ਜਾਣਾ ਹੈ, ਫਿਰ ਪਾਛੇ ਅਵਰ ਜਾਵੇ। ਥੈਂਕ ਯੂ। ਹਾਂਜੀ ਗਿਆਨੀ ਜੀ, ਜੀ ਤੁਸੀਂ ਫਰਮਾਓ। ਹਾਂਜੀ ਡਾਕਟਰ ਸਾਹਿਬ ਜੀ ਨੇ ਬਿਲਕੁਲ ਠੀਕ ਕਿਹਾ। ਤੇ ਜਦੋਂ ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਸ ਨੂੰ ਆਪ ਤੇ ਦੂਸਰਿਆਂ ਤੱਕ ਇੰਪਲੀਮੈਂਟ ਕਿੱਦਾਂ ਕੀਤਾ ਜਾਏ, ਕਿਵੇਂ ਲੋਕਾਂ ਦੇ ਵਿੱਚ ਇਹ ਗੱਲਾਂ ਲੈ ਕੇ ਜਾਈਆਂ ਜਾਣ, ਉਹਦੇ 'ਚ ਫਿਰ ਉਹੀ ਗੱਲ ਮੁੜ ਮੁੜ ਆਉਂਦੀ। ਜਿਵੇਂ ਡਾਕਟਰ ਸਾਹਿਬ ਜੀ ਨੇ ਹੁਣੇ ਹੀ ਕਿਹਾ ਕਿ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ।
ਮੈਂ ਥੋੜੀ ਜੀ ਆਪਣੇ ਨਾਲ ਹੱਡ ਬੀਤੀ ਸੁਣਾਉਂਦਾ, ਜਿਹਦਾ ਕਿ ਮੈਨੂੰ ਪਹਿਲੋਂ ਅੰਦਾਜ਼ਾ ਹੀ ਨਹੀਂ ਸੀ। ਇੱਥੇ ਜਦੋਂ ਮੈਂ ਮੈਲਬੌਰਨ ਆਇਆ ਤੇ ਗੁਰਦੁਆਰੇ ਸਾਹਿਬ ਦਾ ਮੇਨ ਗੁਰਦੁਆਰਾ ਸੀਗਾ, ਉੱਥੇ ਬਹੁਤ ਸਾਰੇ ਸਟੂਡੈਂਟ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਮੈਂ ਜਲ ਪਾਣੀ ਲੰਗਰ ਪਾਣੀ ਜਿੰਨਾ ਹੋ ਸਕਦਾ ਸੀਗਾ ਮੈਂ ਉਹਨਾਂ ਦੇ ਛਕਾਉਂਦਾ ਸੀ, ਫਿਰ ਉਹਨਾਂ ਨੂੰ ਬਿਠਾ ਲੈਂਦਾ ਸੀ। ਇੱਕ ਵਾਰ ਵੀ ਉਹਨਾਂ ਨੂੰ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਅੰਮ੍ਰਿਤ ਛਕੋ। ਬਸ ਗੁਰੂ ਸਾਹਿਬ ਜੀ ਦੀਆਂ ਗੱਲਾਂ ਕਹਾਣੀਆਂ ਸਾਖੀਆਂ ਤੇ ਆਪਣੇ ਤੇ ਲਾ ਲੈਣਾ ਵੀ ਮੇਰੇ ਗੁਰੂ ਸਾਹਿਬ ਜੀ ਨੇ ਤੇ ਏਦਾਂ ਦਾ ਕਿਹਾ ਪਰ ਮੈਂ ਏਦਾਂ ਦਾ ਨਹੀਂ। ਉਹ ਇੱਕ ਸਮਾਂ ਇਹੋ ਜਿਹਾ ਆ ਕਿ 17 ਵਿਦਿਆਰਥੀਆਂ ਨੇ ਇਕੱਠਿਆਂ ਹੀ ਅੰਮ੍ਰਿਤ ਛਕਿਆ। ਵਾਓ। ਤੇ ਉਹਦਾ ਕਾਰਨ ਇਹ ਆ ਕਿ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਨੇ ਸਿੱਖਿਆ ਹੀ ਇਹ ਦਿੱਤੀ ਆ ਵੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਠਣ ਪਾਈ ਹੈ। ਤੇ ਉਹ ਵਾਹਿਗੁਰੂ ਜਿਹੜਾ ਮਨੁੱਖਤਾ ਚ ਵੱਸਦਾ ਇਹੋ ਹੀ ਉਹਨਾਂ ਦਾ ਉਪਦੇਸ਼ ਸੀ। ਸਾਰੀ ਜ਼ਿੰਦਗੀ ਇਹੋ ਹੀ ਕਮਾਇਆ। ਭਾਵੇਂ ਭਾਈ ਨੰਦ ਲਾਲ ਜੀ ਹੋਣ, ਉਹਨਾਂ ਦੇ ਲੰਗਰ ਦੀ ਜਿਹੜੀ ਉਦਾਹਰਨ ਖਾਸ ਤੌਰ ਤੇ ਦਿੱਤੀ ਜਾਂਦੀ ਆ, ਭਾਵੇਂ ਭਾਈ ਕਨ੍ਹਈਆ ਜੀ ਦੀ ਗੱਲ ਹੋਏ, ਮੈਦਾਨੇ ਜੰਗ ਦੇ ਵਿੱਚ ਵੀ ਇਹ ਜਿਹੜਾ ਪ੍ਰੈਕਟੀਕਲ ਤੌਰ ਤੇ ਆ ਨਾ ਜੀਵਨ, ਇਹ ਆਪਣੇ ਆਪ ਨੂੰ ਵੀ ਸੁੱਖ ਦਿੰਦਾ ਆ ਤੇ ਦੂਸਰਿਆਂ ਨੂੰ ਵੀ ਸੁੱਖ ਪਹੁੰਚਾਉਂਦਾ। ਬਿਊਟੀਫੁਲ ਬਿਊਟੀਫੁਲ, ਵੈਰੀ ਨਾਈਸ, ਥੈਂਕ ਯੂ। ਗੁਰਪ੍ਰੀਤ ਸਿੰਘ ਜੀ। ਹਾਂਜੀ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਬਈ ਜਿੰਨਾ ਤੱਕ ਅਸੀਂ ਰੱਬ ਨੂੰ ਆਪਣੇ ਅੰਦਰ ਤੇ ਬਾਹਰ ਨਹੀਂ ਸਮਝਦੇ ਉਹਨਾਂ ਤੱਕ ਭਲਾ ਨਹੀਂ ਹੋ ਸਕਦਾ। ਤੇ ਇੱਕ ਨੋਟ ਕਰਨ ਵਾਲੀ ਗੱਲ ਇਹ ਆ, ਜਿਵੇਂ ਆਪਾਂ COVID-19 ਦੀ ਗੱਲ ਕਰ ਰਹੇ ਹਾਂ ਕਿ ਜਿਹੜੀ ਇਹ ਬਿਮਾਰੀ ਆ ਇਹ ਕਿਉਂ ਵੱਧ ਰਹੀ ਆ, ਕਿਉਂ ਇਹਦਾ ਸਾਡੇ ਵਿੱਚ ਜ਼ਿਆਦਾ ਫੈਲਾਅ ਹੋਇਆ। ਹੁਣ ਜਿਵੇਂ ਸਾਡਾ ਸਰੀਰ ਆ, ਸਰੀਰ ਬਾਰੇ ਸਤਿਗੁਰਾਂ ਨੇ ਜਾਗਰੂਕ ਕੀਤਾ। ਸਾਡੇ ਸਰੀਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਵਿਕਾਰ ਨੇ। ਇਹ ਵਿਕਾਰਾਂ ਤੋਂ ਪਹਿਲਾਂ ਇਹ ਗੁਣ ਨੇ ਸਾਡੇ ਸਰੀਰ ਦੇ ਵਿੱਚ। ਇਹ ਗੁਣ ਨੇ। ਕਾਮ ਹੋਣਾ ਜ਼ਰੂਰੀ ਹੈ। ਕਾਮ ਨੂੰ ਆਪਾਂ ਇੱਛਾ ਕਹਿ ਸਕਦੇ ਹਾਂ, ਲੋਭ ਨੂੰ ਇੱਛਾ ਕਹਿ ਸਕਦੇ ਹਾਂ ਆਪਾਂ, ਹਨਾ। ਹੰਕਾਰ ਨੂੰ ਆਪਾਂ ਸਵੈਮਾਨ ਕਹਿ ਸਕਦੇ ਹਾਂ। ਇਹ ਸਾਡੇ ਸਰੀਰ ਵਿੱਚ ਹੋਣਾ ਜ਼ਰੂਰੀ ਆ। ਕਿਉਂ ਹੋਣਾ ਜ਼ਰੂਰੀ ਹੈ? ਜੇ ਸਾਡੇ ਵਿੱਚ ਲੋਭ ਨਹੀਂ ਹੋਏਗਾ, ਲੋਭ ਦਾ ਮਤਲਬ ਇੱਛਾ ਨਹੀਂ ਹੋਏਗੀ, ਤਾਂ ਅਸੀਂ ਅੱਜ 300 ਰੁਪਇਆ ਕਮਾ ਰਹੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਵਧਣੀ ਹੈ, ਬੱਚੇ ਵੀ ਵਿਆਹੁਣੇ ਆ, ਘਰ ਵੀ ਬਣਾਉਣੇ ਆ, ਕਾਰਾਂ ਗੱਡੀਆਂ ਮੋਟਰਸਾਈਕਲ ਜੋ ਵੀ ਅਸੀਂ ਖਰੀਦਣੇ ਆ, ਇਹ ਸਾਡੇ ਵਿੱਚ ਇੱਛਾ ਹੋਏਗੀ ਤਾਂ ਹੀ ਖਰੀਦਾਂਗੇ ਨਾ। ਇਹ ਇੱਛਾ ਹੋਣੀ, ਇਹ ਗੁਣ ਹੋਣਾ ਜ਼ਰੂਰੀ ਆ। ਪਰ ਇਹਨੂੰ ਔਗਣ ਨਹੀਂ ਬਣਾਉਣਾ ਚਾਹੀਦਾ। ਇਹ ਔਗਣ ਕਦੋਂ ਬਣਦਾ? ਜਦੋਂ ਅਸੀਂ ਕਿਸੇ ਦੀਆਂ ਕੁੱਲੀ ਢਾਹ ਕੇ ਮਹਿਲ ਬਣਾਉਂਦੇ ਆ, ਜਦੋਂ ਅਸੀਂ ਕਿਸੇ ਦਾ ਖੂਨ ਚੂਸ ਕੇ ਉਹ ਪੈਸੇ ਇਕੱਠੇ ਕਰਦੇ ਆ। ਜਿਵੇਂ ਗੁਰੂ ਸਾਹਿਬ ਕਹਿੰਦੇ ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਹਾਰਾਜ ਇੱਥੇ ਇਹ ਨਹੀਂ ਕਹਿ ਰਹੇ ਵੀ ਅੱਜ ਤੂੰ 1000 ਕਮਾ ਰਿਹਾ ਕੱਲ ਨੂੰ ਲੱਖ ਨਾ ਕਮਾਈ। ਮਹਾਰਾਜ ਕਹਿੰਦੇ ਤੂੰ ਅੱਜ 1000 ਕਮਾ ਰਿਹਾ, ਲੱਖਾਂ ਕਮਾ, ਕਰੋੜਾਂ ਕਮਾ, ਅਰਬਾਂਪਤੀ ਖਰਬਾਂਪਤੀ ਬਣ, ਪਰ ਕਿਸੇ ਦੀ ਕੁੱਲੀ ਢਾਹ ਕੇ ਆਪਣਾ ਮਹਿਲ ਨਾ ਬਣਾ। ਕਿਸੇ ਦਾ ਖੂਨ, ਗਰੀਬਾਂ ਦਾ ਖੂਨ ਚੂਸ ਕੇ ਤੂੰ ਆਪਣਾ ਘਰ ਨਾ ਬਣਾ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਕਾਮ ਵੀ ਜ਼ਰੂਰੀ ਹੈ, ਇਹਨੂੰ ਇੱਛਾ ਵੀ ਕਹਿ ਸਕਦੇ ਹਾਂ ਆਪਾਂ। ਹੁਣ ਜੇ ਕਾਮ ਦਾ ਲੈਵਲ ਵੱਧਦਾ, ਔਗਣ ਬਣਦਾ, ਤਾਂ ਇੱਥੇ ਭੈੜੀਆਂ ਘਟਨਾਵਾਂ ਹੁੰਦੀਆਂ ਨੇ, ਕੁਕਰਮ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਬੁਰਾ ਵੇਖਦੇ ਆ, ਸਾਡਾ ਜੀਵਨ ਦਾ ਨਾਸ਼ ਹੁੰਦਾ। ਇਹ ਗੁਣ ਹੀ ਔਗਣ ਬਣ ਜਾਂਦਾ। ਤੇ ਜੇ ਇਹ ਗੁਣ ਰਵੇ ਤਾਂ ਸਾਡੀ ਜਿਹੜੀ ਦੁਨੀਆ ਇਹ ਚੱਲਦੀ ਰਹੇਗੀ, ਸਾਡੇ ਵਿਆਹ ਹੋਣਗੇ, ਸ਼ਾਦੀ ਹੋਣਗੇ, ਬੱਚੇ ਹੋਣਗੇ, ਸੰਸਾਰ ਚੱਲੇਗਾ। ਇਹ ਜ਼ਰੂਰੀ ਹੈ। ਇਹ 5 ਦੇ 5 ਜਿੰਨੇ ਵੀ ਨੇ, ਹੰਕਾਰ ਸਵੈ ਮਨ ਸਾਡੇ ਵਿੱਚ ਜ਼ਰੂਰੀ ਹੈ। ਕੱਲ ਨੂੰ ਸਾਨੂੰ ਆ ਕੇ ਕੋਈ ਗਾਲ ਕੱਢੇ, ਥੱਪੜ ਮਾਰੇ, ਅਸੀਂ ਉਹਨੂੰ ਸਮਝਾਵਾਂਗੇ, ਪਰ ਉਹ ਜੇ ਸਾਡੇ ਬਹੁਤਾ ਹੀ ਸਿਰ ਤੇ ਚੜੇ ਨਾ, ਕਹਿੰਦੇ ਵੀ ਤੀਜੀ ਵਾਰ ਫਿਰ ਤੁਹਾਨੂੰ ਪਤਾ ਵੀ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਵੀ ਸ੍ਰੀ ਸਾਹਿਬ ਕਿਰਪਾਨ ਚੱਕਣੀ ਫਿਰ ਜ਼ਰੂਰੀ ਹੋ ਜਾਂਦੀ ਹੈ ਜਦੋਂ ਜ਼ਿਆਦਾ ਹੀ ਧੱਕਾ ਕਰੇ। ਜੇ ਇਹ ਗੁਣ ਔਗਣ ਬਣ ਜਾਂਦਾ ਤਾਂ ਸਮਝ ਲਓ ਜਿਵੇਂ ਵੀਰ ਰਸ ਸਾਡੇ ਵਿੱਚ ਹੈ ਤੇ ਉਹ ਵੀਰ ਰਸ ਹੰਕਾਰ ਬਣ ਜਾਵੇ, ਵੀਰ ਰਸ ਸਾਡੇ ਵਿੱਚ ਜਿਹੜਾ ਵਾ ਉਹ ਵੱਧ ਜਾਵੇ, ਤਾਂ ਤੁਹਾਨੂੰ ਪਤਾ ਵੀ ਇੱਥੇ ਲੜਾਈਆਂ ਝਗੜੇ ਕ੍ਰੋਧ ਦਾ ਰੂਪ ਧਾਰਨ ਕਰ ਲੈਂਦਾ। ਵੀਰ ਰਸ ਹੈ ਵੀ ਆਪਣੀ ਰੱਖਿਆ ਕਰਨੀ, ਆਪਣੇ ਪਰਿਵਾਰ ਦੀ ਰੱਖਿਆ ਕਰਨੀ। ਜੇ ਤੀਵੀਂ ਆਦਮੀ ਬਾਜ਼ਾਰ ਵਿੱਚ ਤੁਰੇ ਜਾਂਦੇ ਨੇ, ਕੋਈ ਛੇੜੇ ਨਾ, ਇੰਨਾ ਵੀਰ ਰਸ ਤੇਰੇ ਵਿੱਚ ਹੋਣਾ ਚਾਹੀਦਾ। ਕ੍ਰੋਧ ਨੂੰ ਮਨਾ ਕਰ ਲਈ ਬਈ ਕੋਈ ਤੈਨੂੰ ਛੇੜੇ ਵੀ ਨਾ, ਤੂੰ ਬੰਦਾ ਮਾਰ ਕੇ ਘਰ ਆ ਜਾਵੇਂ। ਕਹਿਣ ਦਾ ਮਤਲਬ ਇਹ ਆ ਸਾਡੇ ਅੰਦਰ ਜਿਹੜੇ ਗੁਣ ਨੇ 5, ਇਹ ਜਦੋਂ ਔਗਣਾਂ ਦਾ ਰੂਪ ਧਾਰਨ ਕਰ ਲੈਂਦੇ ਨੇ, ਸਾਡੇ ਸਰੀਰ ਦਾ ਸੱਤਿਆਨਾਸ ਮਾਰ ਦਿੰਦੇ ਨੇ। ਕਾਮ ਕ੍ਰੋਧ ਕਾਇਆ ਕੋ ਗਾਲਾ ਹੈ, ਜਿਉਂ ਕੰਚਨ ਸੁਹਾਗਾ ਢਾਲੇ ਵਾਲਾ ਹਿਸਾਬ ਹੋ ਜਾਂਦਾ। ਇਸ ਤਰ੍ਹਾਂ ਹੀ ਇਹ ਕਾਇਨਾਤ ਦੇ ਵਿੱਚ ਜਿੰਨਾ ਕੁਛ ਵੀ ਇਹ ਸਥਰ ਚੱਲ ਰਿਹਾ ਸੀ, ਇਹਦੇ ਨਾਲ ਐਕਸਪੈਰੀਮੈਂਟ ਕਰਦੇ ਹਾਂ, ਜਦੋਂ ਅਸੀਂ ਇਹਦੇ ਨਾਲ ਵਿਚਰਦੇ ਹਾਂ, ਜਾਂ ਜਾਣੇ ਜਾਂ ਅਣਜਾਣੇ ਵਿੱਚ, ਜਾਂ ਜਾਣ ਬੁੱਝ ਕੇ ਜਾਂ ਅਸੀਂ ਜਾਣ ਕੇ
ਅਣਜਾਣੇ ਦੇ ਵਿੱਚ ਸਾਡੇ ਨਾਲ ਇੱਥੇ ਕੋਈ ਗਲਤੀ ਹੋ ਜਾਂਦੀ ਹੈ ਜਾਂ ਅਸੀਂ ਕਰ ਦਿੰਦੇ ਹਾਂ ਤਾਂ ਇਹ ਬਿਮਾਰੀਆਂ ਰੂਪ ਧਾਰਨ ਕਰ ਲੈਂਦੀਆਂ ਨੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਇਹ ਕਰ ਰਹੇ ਸੀ ਕਿ ਜਿਹੜੇ ਰੱਬ ਆ, ਅਕਾਲ ਪੁਰਖ ਆ, ਉਹ ਸਾਰਿਆਂ ਵਿੱਚ ਵਸ ਰਿਹਾ। ਮੈਂ ਇੱਕ ਇੱਥੇ ਛੋਟੀ ਜਿਹੀ ਹੋਰ ਬੇਨਤੀ ਇਹ ਕਰਦੇ ਹਾਂ, ਕਈ ਕਹਿਣਗੇ ਜੇ ਰੱਬ ਸਾਰਿਆਂ ਦੇ ਵਿੱਚ ਵਸ ਰਿਹਾ ਤਾਂ ਵਜ਼ੀਰ ਖਾਂ ਦੇ ਵਿੱਚ ਵੀ ਵਸ ਰਿਹਾ ਹੋਣਾ, ਔਰੰਗਜ਼ੇਬ ਦੇ ਵਿੱਚ ਵੀ ਵਸ ਰਿਹਾ ਹੋਣਾ, ਮੀਰ ਮੰਨੂ ਦੇ ਵਿੱਚ ਵੀ ਵਸ ਰਿਹਾ ਹੋਣਾ। ਉਹਨਾਂ ਨੂੰ ਕਿਉਂ ਕਤਲ ਕੀਤਾ ਗਿਆ, ਉਹਨਾਂ ਨੂੰ ਕਿਉਂ ਮਾਰਿਆ? ਉੱਥੇ ਇੱਕ ਛੋਟੀ ਜਿਹੀ ਬੇਨਤੀ ਆ, ਜਿਵੇਂ ਗੁਰੂ ਸਾਹਿਬ ਜੀ ਨੇ ਆਖਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਅਸੀਂ ਅਕਾਲ ਪੁਰਖ ਦਾ ਰੂਪ ਹਾਂ, ਸਾਰੀ ਕੁਦਰਤ ਹੀ ਉਹਦਾ ਰੂਪ ਹੈ। ਜਦੋਂ ਔਰੰਗਜ਼ੇਬ ਜੰਮਿਆ ਸੀ, ਵਜ਼ੀਰ ਖਾਂ ਮੀਰ ਮੰਨੂ ਵਰਗੇ ਜੰਮੇ ਸੀ, ਇਹ ਵੀ ਅਕਾਲ ਪੁਰਖ ਦਾ ਰੂਪ ਸੀ, ਪਰ ਇਹਨਾਂ ਨੇ ਆਪਣਾ ਰੂਪ ਗਵਾ ਲਿਆ। ਜਿਵੇਂ ਸਮੁੰਦਰ ਦੇ ਵਿੱਚ ਇੱਕ ਛੱਲ ਆਉਂਦੀ ਆ ਨਾ, ਹਵਾ ਸੱਜੇ ਪਾਸੇ ਆਉਂਦੀ ਆ, ਹਵਾ ਖੱਬੇ ਪਾਸੇ ਆਉਂਦੀ ਆ, ਤਾਂ ਉਹ ਪਾਣੀ ਦੀ ਇੱਕ ਛੱਲ ਬਣਦੀ ਆ ਤੇ ਪਾਣੀ ਦੀ ਛੱਲ ਉੱਠ ਕੇ ਫੇਰ ਸਮੁੰਦਰ ਦੇ ਵਿੱਚ ਸਮਾ ਜਾਵੇ, ਉਹਨੂੰ ਆਪਾਂ ਸਮੁੰਦਰ ਦਾ ਹਿੱਸਾ ਮੰਨਾਂਗੇ। ਜੇ ਉਹੀ ਛੱਲ ਆ ਕੇ ਧਰਤੀ ਦੇ ਉੱਤੇ ਡਿੱਗ ਕੇ ਚਿੱਕੜ ਬਣ ਜਾਵੇ ਨਾ, ਉਹਨੂੰ ਆਪਾਂ ਸਮੁੰਦਰ ਨਹੀਂ ਕਵਾਂਗੇ। ਜਿਵੇਂ ਸੋਨੇ ਦੇ ਪਹਾੜ ਦੇ ਵਿੱਚੋਂ ਇੱਕ ਛੋਟਾ ਜਿਹਾ ਕੜਾ ਵਾ, ਕੜਾ ਉਹਦਾ ਹੀ ਰੂਪ ਆ। ਜੇ ਉਹ ਸ਼ੁੱਧ ਦੇ ਵਿੱਚ ਰਵੇ, ਸੋਨਾ ਹੀ ਰਵੇ, ਤਾਂ ਆਪਾਂ ਕੜਾ ਕਵਾਂਗੇ ਸੋਨੇ ਦਾ। ਜੇ ਉਹਦੇ ਵਿੱਚ ਮਿਲਾਵਟ ਹੋ ਜਾਵੇ, ਆਪਾਂ ਉਹਨੂੰ ਸੋਨੇ ਦਾ ਕੜਾ ਨਹੀਂ ਕਵਾਂਗੇ। ਇਸੇ ਤਰ੍ਹਾਂ ਹੀ ਜਦੋਂ ਔਰੰਗਜ਼ੇਬ, ਮੀਰ ਮੰਨੂ, ਵਜ਼ੀਰ ਖਾਂ ਵਰਗੇ ਇਹੋ ਜਿਹੇ ਅਬਦਾਲੀ ਵਰਗੇ ਦੁਸ਼ਟ, ਇਹ ਜਦੋਂ ਜੰਮੇ ਸੀ ਇਨਸਾਨ ਹੀ ਜੰਮੇ ਸੀ, ਰੱਬ ਦਾ ਰੂਪ ਹੀ ਸੀ, ਪਰ ਇਹਨਾਂ ਦੇ ਵਿੱਚ ਜਿਹੜੇ ਗੁਣ ਸੀ ਉਹ ਔਗਣਾਂ ਦਾ ਰੂਪ ਧਾਰਨ ਕਰ ਗਏ। ਜਿਵੇਂ ਸਮੁੰਦਰ ਦੀ ਬੂੰਦ, ਸਮੁੰਦਰ ਦਾ ਪਾਣੀ ਚਿੱਕੜ ਬਣ ਗਿਆ, ਸੋਨੇ ਦਾ ਕੜਾ ਆਪ ਮਿਲਾਵਟ ਵਿੱਚ ਆ ਗਿਆ। ਇਸ ਤਰ੍ਹਾਂ ਇਹ ਜੰਮੇ ਇਨਸਾਨ ਸੀ ਪਰ ਇਹ ਸ਼ੈਤਾਨ ਬਣ ਗਏ। ਇਸ ਕਰਕੇ ਇਹਨਾਂ ਦਾ ਗੁਰੂ ਸਾਹਿਬ ਜੀ ਨੂੰ, ਸਿੱਖਾਂ ਨੂੰ ਇਹਨਾਂ ਦਾ ਵੱਧ ਕਰਨਾ ਪਿਆ, ਇਹਨਾਂ ਨੂੰ ਮਾਰਨਾ ਪਿਆ, ਕਿਉਂਕਿ ਇਹ ਮਨੁੱਖਤਾ ਨੂੰ ਖਤਮ ਕਰ ਰਹੇ ਸੀ, ਇਨਸਾਨੀਅਤ ਨੂੰ ਖਤਮ ਕਰ ਰਹੇ ਸੀ। ਕੁੱਤਾ ਘਰ ਦੇ ਵਿੱਚ ਰੱਖਿਆ ਹੁੰਦਾ, ਡੌਗੀ ਰੱਖਿਆ ਹੁੰਦਾ, ਉਹਨਾਂ ਤੱਕ ਅਸੀਂ ਸਾਰੇ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਘੁਮਾਉਣ ਲੈ ਕੇ ਜਾਂਦੇ ਹਾਂ, ਜਿੰਨਾ ਤੱਕ ਉਹ ਹਲਕਦਾ ਨਹੀਂ। ਜਦੋਂ ਹਲਕ ਜਾਂਦਾ ਫਿਰ ਉਹਦੇ ਗੋਲੀ ਮਾਰਨੀ ਪੈਂਦੀ ਆ। ਇਸੇ ਤਰ੍ਹਾਂ ਹੀ ਜਦੋਂ ਇਨਸਾਨ ਸ਼ੈਤਾਨ ਦਾ ਰੂਪ ਧਾਰਨ ਕਰ ਲਵੇ, ਫਿਰ ਉਹਨੂੰ ਗੁਰੂ ਸਾਹਿਬ ਜੀ ਦੇ ਦੱਸੇ ਰਸਤੇ ਅਨੁਸਾਰ ਸਮਝਾਉਣਾ ਹੀ ਪੈਂਦਾ। ਇੱਥੇ ਇਹ ਛੋਟੀ ਜਿਹੀ ਬੇਨਤੀ ਮੈਂ ਤਾਂ ਕੀਤੀ ਆ ਕਿਉਂਕਿ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਥੈਂਕ ਯੂ, ਬਿਊਟੀਫੁਲ, ਨੋ ਦੈਟਸ ਵੈਰੀ ਨਾਈਸ। ਸੋ ਦੇਖੋ, ਜਿਹੜੇ ਅਸੀਂ ਅਗੇਨ ਕੋਵਿਡ ਦੇ ਲਈ ਮੇਨ ਚੀਜ਼ਾਂ ਦਾ ਸੋਸ਼ਲ ਡਿਸਟੈਂਸਿੰਗ ਤੇ ਹੱਥ ਜਿਹੜੇ ਆਪਣੇ ਸਾਫ਼ ਰੱਖੋ, ਹੈ ਨੀ, ਇਹੀ ਹੈ। ਇਹਨਾਂ ਦੇ ਵਿੱਚ ਇਹਨਾਂ ਐਕਚੁਅਲੀ ਗੱਲਾਂ ਬਾਤਾਂ ਦੇ ਵਿੱਚ ਤਾਂ ਠੀਕ ਨੇ ਇਹ, ਪਰ ਐਕਚੁਅਲੀ ਇਹਨਾਂ ਨੂੰ ਕਰਨਾ ਪੈਣਾ। ਜੇ ਅਸੀਂ ਇਹਨਾਂ ਨੂੰ ਕਰਾਂਗੇ ਨਹੀਂ, ਫਿਰ ਉਹਨਾਂ ਦਾ ਮਤਲਬ ਲਰਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਜੀ। ਉਹਨੇ ਸਾਡਾ ਬਚਾਅ ਵੀ ਨਹੀਂ ਕਰਨਾ। ਇਹੀ ਹਾਲ ਸਾਡਾ ਗੁਰਬਾਣੀ ਦੇ ਨਾਲ ਹੈ ਜੀ, ਜਾਂ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ। ਉਹ ਨੌਲੇਜ ਇਕੱਠਾ ਇਕੱਲਾ ਕਰਨਾ ਜਿਹੜਾ ਉਹ ਇਨਫ ਨਹੀਂ ਹੈ, ਪਰ ਨੌਲੇਜ ਜਿਹੜਾ ਉਹਨੂੰ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ। ਤੇ ਤਾਂ ਹੀ ਸਾਡਾ ਭਲਾ ਹੋ ਸਕਦਾ, ਤਾਂ ਹੀ ਸਾਡੇ ਆਲੇ ਦੁਆਲੇ ਦਾ ਭਲਾ ਹੋ ਸਕਦਾ। ਤੇ ਇਸ ਨੂੰ ਅਸੀਂ ਕਿਵੇਂ ਹੋਰ ਫੈਸਿਲਿਟੇਟ ਕਰੀਏ? ਜਿਵੇਂ ਗੁਰਪ੍ਰੀਤ ਸਿੰਘ ਉਹਨਾਂ ਨੇ ਮਿਸਾਲਾਂ ਦਿੱਤੀਆਂ, ਕੋਈ ਹੋਰ ਇਸੇ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਵੇ ਡਾਕਟਰ ਕੁਲਵਿੰਦਰ ਸਿੰਘ ਜੀ? ਹਾਊ ਡੂ ਵੀ ਫੈਸਿਲਿਟੇਟ ਦਿਸ ਪ੍ਰੋਸੈਸ? ਹਾਂਜੀ ਹਾਂਜੀ, ਜਿਸ ਤਰ੍ਹਾਂ ਵੀਰ ਜੀ ਨੇ ਬੜਾ ਸੋਹਣਾ ਸਵਾਲ ਖੜਾ ਕੀਤਾ ਹੈ ਕਿ ਜਦੋਂ ਇਤਿਹਾਸ ਦੇ ਵਿੱਚ, ਸੰਸਾਰ ਦੇ ਵਿੱਚ ਗਲਤ ਐਲੀਮੈਂਟ ਆ ਜਾਂਦੇ ਹੈ ਤੇ ਕੀ ਉਹਨਾਂ ਦਾ ਵੱਧ ਕਰਨਾ, ਉਹਨਾਂ ਨਾਲ ਲੜਨਾ ਝਗੜਨਾ ਜਸਟੀਫਾਈਡ ਹੈ ਕਿ ਨਹੀਂ। ਤੇ ਮੈਂ ਵੀ ਪਰਸਨਲ ਐਕਸਪੀਰੀਅੰਸ ਜਿਹੜਾ ਮੈਨੂੰ ਲਾਈਫ 'ਚ ਆਇਆ ਸ਼ੇਅਰ ਕਰਨਾ ਚਾਹੁੰਦਾ। ਜਿੱਦਾਂ ਸਾਡੇ ਗਿਆਨੀ ਧਰਮ ਸਿੰਘ ਨੇ ਸ਼ੇਅਰ ਕੀਤਾ ਨਾ, ਮੈਂ ਜਦੋਂ ਨਵਾਂ ਡਾਕਟਰ ਬਣਿਆ ਨਾ, ਨਵਾਂ ਡਾਕਟਰ ਬਣਿਆ ਤੇ ਮੈਂ 84 ਦੇ ਵਿੱਚ ਆਈ ਵਾਸ ਇਨ ਦਾ ਫਾਈਨਲ ਈਅਰ MBBS। ਉਦੋਂ ਮੈਂ 84 'ਚ ਅੰਮ੍ਰਿਤ ਛਕ ਲਿਆ। ਹੁਣ ਜਦੋਂ ਮੈਂ ਡਾਕਟਰ ਬਣਿਆ, ਮੈਂ ਨੈਚੁਰਲੀ ਪ੍ਰੈਕਟਿਸ ਕਰਨੀ ਸੀ, ਪੇਸ਼ੈਂਟ ਦੇਖਣੇ ਸੀ, ਰਾਈਟ। ਉਹ ਜਦੋਂ ਪੇਸ਼ੈਂਟ ਦੇਖਣੇ ਨਾ ਮੈਂ, ਤੇ ਮੇਰੇ ਮਨ ਦੇ ਵਿੱਚ ਨਾ ਇੱਕ ਸਵਾਲ ਆ ਜਾਣਾ। ਸਵਾਲ ਇਹ ਆਣਾ ਕਿ ਹੇ ਕੁਲਵਿੰਦਰ ਸਿੰਘ, ਤੂੰ ਮਰੀਜ਼ ਕੋਲੋਂ ਆਪਣਾ ਗੁਜ਼ਾਰਾ ਲੈਣ ਵਾਸਤੇ 20-40-50 ਰੁਪਏ ਲੈਣ ਵਾਸਤੇ, ਤੂੰ ਜਿਹੜੇ ਪੇਸ਼ੈਂਟ ਨੂੰ ਇਨਫੈਕਸ਼ਨ ਹੋਇਆ, ਇਹਦੇ ਬੋਡੀ ਅੰਦਰ ਲੱਖਾਂ ਕਰੋੜਾਂ ਜਰਾਸੀਮ ਹੈਗੇ ਆ, ਹੁਣ ਤੂੰ ਇਹਨੂੰ ਐਂਟੀਬਾਇਓਟਿਕ ਦੇ ਕੇ ਉਹਨਾਂ ਨੂੰ ਮਾਰ ਦੇਣਾ। ਕੀ ਇਹ ਜਸਟੀਫਾਈਡ ਹੈ ਕਿ ਤੂੰ ਆਪਣੇ ਸਰਵਾਈਵਲ ਦੇ ਵਾਸਤੇ, ਇੱਕ ਆਪਣੀ ਫੀਸ ਲੈਣ ਦੇ ਵਾਸਤੇ ਇਹ ਲੱਖਾਂ ਜਰਾਸੀਮਾਂ ਨੂੰ ਮਾਰ ਦੇਵੇਂ? ਮਨ 'ਚ ਸਵਾਲ ਆਣਾ ਵੀ ਕਈ ਇਹਨਾਂ ਵਿੱਚ ਗਰਭਵਤੀ ਮਾਵਾਂ ਵੀ ਹੋਣਗੀਆਂ, ਉਹਨਾਂ 'ਚ ਕਈ ਨਿੱਕੇ ਨਿੱਕੇ ਬੱਚੇ ਵੀ ਹੋਣਗੇ ਜਿੱਦਾਂ ਤੇਰੇ ਛੋਟੇ ਛੋਟੇ ਭੈਣ ਭਰਾ ਨੇ, ਕਈ ਬਜ਼ੁਰਗ ਵੀ ਹੋਣਗੇ ਜਦੋਂ ਤੇਰੇ ਮਾਤਾ ਪਿਤਾ ਹੈ। ਕੀ ਇਜ਼ ਇਟ ਜਸਟੀਫਾਈਡ? ਇਹ ਮਨ 'ਚ ਮੇਰੇ ਮਨ 'ਚ ਨਾ ਕਈ ਹਫ਼ਤੇ ਮਹੀਨਿਆਂ ਬੱਧੀ ਇਹ ਸਵਾਲ ਆਉਂਦਾ ਰਹਿਣਾ। ਮੈਂ ਆਪਣੇ ਪ੍ਰਸ਼ਨ ਤੇ ਛੱਡ ਨਹੀਂ ਸਕਦਾ, ਲੇਕਿਨ ਮੈਨੂੰ ਕੁਐਸਚਨ ਜ਼ਰੂਰ ਕਰਨਾ ਕਿ ਐਮ ਆਈ ਰਾਈਟ ਔਰ ਰੋਂਗ। ਫਿਰ ਮੈਨੂੰ ਕੁਦਰਤ ਵੱਲੋਂ ਜਵਾਬ ਮਿਲਿਆ ਕਿ ਦੇਖ,
ਤੂੰ ਮੰਨ ਲੈ ਤੂੰ ਇਹ ਬਿਮਾਰੀ ਨਾਲ ਨਹੀਂ ਵੀ ਲੜਦਾ, ਤੂੰ ਦਵਾਈ ਦੇਣੀ ਬੰਦ ਕਰ ਦਿੰਦਾ। ਮਰੀਜ਼ ਬਿਮਾਰ ਹੋ ਜਾਂਦਾ ਤੇ ਮਰੀਜ਼ ਕੀ ਦਵਾਈ ਨਹੀਂ ਖਾਂਦਾ ਵੀ ਮੈਂ ਦਵਾਈ ਨਹੀਂ ਖਾਣੀ, ਮੈਂ ਖਤਮ ਕਰਨਾ। ਤੇ ਮੈਨੂੰ ਜਵਾਬ ਮਿਲਿਆ ਕਿ ਜਿਹੜੀ ਕੁਦਰਤ ਤੇ ਗਲਤ ਨਹੀਂ ਹੈਗੀ, ਕੁਦਰਤ ਨੇ ਤੇਰੇ ਬੋਡੀ ਅੰਦਰ ਮੈਕਰੋਫੇਜਿਸ ਜਿਹੜੇ ਵਾਈਟ ਸੈੱਲ ਬਣਾਏ ਨੇ, ਜਿੰਨੇ ਵਾਈਟ ਸੈੱਲ ਨੇ ਉਹਦਾ ਫੰਕਸ਼ਨ ਹੀ ਬਿਮਾਰੀ ਦੇ ਨਾਲ ਲੜਨਾ ਹੈ। ਜੇ ਤੂੰ ਦਵਾਈ ਬਾਹਰੋਂ ਨਹੀਂ ਵੀ ਖਾਂਦਾ, ਅੰਦਰੋਂ ਆਪਣੇ ਆਪ ਹੀ ਤੇਰਾ ਜਿਹੜਾ ਸਰੀਰ ਹੈ ਨਾ ਉਹ ਬਿਮਾਰੀ ਨਾਲ ਲੜਨਾ ਸ਼ੁਰੂ ਕਰ ਦਿੰਦਾ। ਤੈਨੂੰ ਪਤਾ ਹੀ ਨਹੀਂ ਤੂੰ ਕੁਝ ਕਰ ਰਿਹਾ ਹੈ, ਲੇਕਿਨ ਤੇਰਾ ਸਰੀਰ ਬਿਮਾਰੀ ਨਾਲ ਲੜ ਰਿਹਾ ਹੈ। ਉਹ ਕਿਉਂ ਲੜ ਰਿਹਾ? ਜਿਹੜਾ ਤੇਰੇ ਅੰਦਰ ਬੈਠੀ ਤਾਕਤ ਪਰਮਾਤਮਾ ਨੇ ਪਾਈ ਹੈ, ਤੇਰੀ ਆਤਮਾ ਤੇਰਾ ਮਨ ਉਹਦੇ ਨਾਲ ਲੜ ਰਿਹਾ। ਤੈਨੂੰ ਤੇ ਪਤਾ ਵੀ ਨਹੀਂ ਆਮ ਬੰਦੇ ਨੂੰ ਕਿ ਮੇਰੇ ਸਰੀਰ 'ਚ ਸੈੱਲ ਹੈਗੇ ਨੇ, ਵਾਈਟ ਸੈੱਲ ਹੈਗੇ ਨੇ। ਠੀਕ ਹੈ, ਸਾਇੰਸ ਨੂੰ ਵੀ ਕੁਝ ਸੈਂਸਰੀਆਂ ਤੋਂ ਪਤਾ ਲੱਗਾ, ਪਹਿਲਾਂ ਕੀ ਪਤਾ ਸੀ ਕਿਹੜੇ ਸੈੱਲ ਬੋਡੀ ਅੰਦਰ ਨੇ। ਸੋ ਜਦੋਂ ਕੁਦਰਤ ਨੇ ਇਹ ਅਥਾਰਟੀ ਦਿੱਤੀ ਹਰ ਇਨਸਾਨ ਨੂੰ ਸੈਲਫ ਡਿਫੈਂਸ ਦੀ, ਤੇ ਇਹਦਾ ਮਤਲਬ ਜਦੋਂ ਵੀ ਕੋਈ ਗਲਤ ਐਲੀਮੈਂਟ ਹੈ ਤੁਸੀਂ ਉਦੋਂ ਕ੍ਰੂਅਲਟੀ ਕਰਦੇ ਹੋ ਜਦੋਂ ਤੁਸੀਂ ਕਿਸੇ ਨੂੰ ਜਾਣ ਕੇ ਬੁੱਝ ਕੇ ਮਾਰ ਰਹੇ ਹੋ। ਆਪਣੇ ਬਚਾਅ ਲਈ, ਸੈਲਫ ਡਿਫੈਂਸ ਲਈ ਜੇ ਤੁਸੀਂ ਕੰਮ ਕਰ ਰਹੇ ਹੋ ਤੇ ਉਹਦੇ ਵਿੱਚ ਕੋਈ ਗਲਤ ਨਹੀਂ ਹੈ, ਸੈਲਫ ਨੂੰ ਬਚਾਉਣ ਵਾਸਤੇ। ਦੂਸਰਾ ਸਵਾਲ ਸੀ ਜੋ ਵੀਰ ਜੀ ਨੇ ਟੱਚ ਕੀਤਾ, ਗੁਰਪ੍ਰੀਤ ਸਿੰਘ ਜੀ ਨੇ, ਉਹ ਇਹਨਾਂ ਦਾ ਹੈਗਾ ਸੀ ਜਿਹੜਾ ਸ਼ਬਦ ਵੀ ਜੋ ਪਰਮਾਤਮਾ ਦੀਆਂ ਦਾਤਾਂ ਨੇ ਇਹ ਮਾੜੀਆਂ ਨਹੀਂ, ਪੈਸਾ ਕਮਾਉਣਾ ਮਾੜਾ ਨਹੀਂ। ਮੈਨੂੰ ਗੁਰਬਾਣੀ ਦਾ ਸ਼ਬਦ ਯਾਦ ਹੈ ਸੁਖਮਨੀ ਸਾਹਿਬ ਚੋਂ, ਜੈ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ। ਉਹ ਕਹਿੰਦੇ ਤੈਨੂੰ 36 ਪਦਾਰਥ ਖਾ ਰਹੇ ਆ ਤੇ 36 ਪਦਾਰਥ ਮਾੜੇ ਨਹੀਂ, ਜੇਕਰ ਬਸ਼ਰਤੇ ਤੂੰ ਉਸ ਪਰਮਾਤਮਾ ਦਾ ਧੰਨਵਾਦ ਕਰੇ ਜਿਹਨੇ ਤੈਨੂੰ ਇਹ ਬਖਸ਼ਿਆ। ਕਿਆ ਬਾਤ। ਜੈ ਪ੍ਰਸਾਦ ਸੁਗੰਧ ਤਨ ਲਾਵੇ, ਤੇਰੇ ਤੂੰ ਸਰੀਰ ਤੇ ਸੈਂਟ ਵੀ ਲਾਇਆ, ਜੇ ਸਪਰੇ ਕੀਤਾ ਤੇ ਕੋਈ ਪਾਪ ਨਹੀਂ ਕਰ ਲਿਆ, ਜੇ ਤੇਰੇ ਕੋਲ ਉਪਲਬਧੀ ਹੈਗੀ ਹੈ, ਜੇ ਤੂੰ ਜੈਨੂਨ ਵੇ ਨਾਲ ਪੈਸੇ ਕਮਾ ਕੇ ਕੀਤਾ। ਪਰ ਇੱਕ ਤੇਰਾ ਫਰਜ਼ ਜ਼ਰੂਰ ਬਣਦਾ ਹੈ, ਜੈ ਪ੍ਰਸਾਦ ਸੁਗੰਧਤ ਤਨ ਲਾਵੇਂ ਤਿਸ ਕੋ ਸਿਮਰ ਪਰਮ ਗਤ ਪਾਵੇਂ। ਉਹਦਾ ਸਿਮਰਨ ਜ਼ਰੂਰ ਕਰ ਜਿਹਨੇ ਤੈਨੂੰ ਇਹ ਸਹੂਲਤਾਂ ਦਿੱਤੀਆਂ। ਅੱਗੋਂ ਜੈ ਪ੍ਰਸਾਦ ਬਸੈ ਸੁਖ ਮੰਦਰ, ਜੇ ਤੈਨੂੰ ਅੱਛੇ ਵੱਡੇ ਘਰ ਮਿਲੇ ਨੇ, ਕੋਠੀਆਂ ਮਿਲੀਆਂ ਰਹਿਣ ਵਾਸਤੇ, ਤੇ ਤੇਰਾ ਇੱਕੋ ਹੀ ਫਰਜ਼ ਹੈ ਕਿਸੇ ਤੇ ਆਏ ਸਦਾ ਮਨ ਅੰਦਰ, ਪਰਮਾਤਮਾ ਨੂੰ ਯਾਦ ਰੱਖ ਜਿਹਨੇ ਬਖਸ਼ਿਸ਼ਾਂ ਦਿੱਤੀਆਂ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪੈਰ ਸਮਰੋ ਤੇ 8 ਪੈਰ ਜਿਹਦੇ ਕਰਕੇ ਤੂੰ ਸਾਰੇ ਸੁੱਖ ਮੰਨਦਾ ਪਿਆ ਉਹਨੂੰ ਆਪਣੇ ਯਾਦ ਕਰਦਾ। ਐਸੇ ਤਰ੍ਹਾਂ ਗੁਰਬਾਣੀ ਚ ਲਾਈਨ ਆਉਂਦੀ ਹੈ, ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਰ। ਕਹਿੰਦੇ ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਪਹਿਨਿਆ ਹੋਇਆ, ਜੋ ਵੀ ਉਹਨਾਂ ਕੱਪੜੇ ਮਹਿੰਗੇ ਤੇ ਮਹਿੰਗੇ ਪਾਏ ਹੈ, ਜਾਂ ਜਿੰਨੀ ਵੀ ਉਹਨਾਂ ਕੋਲ ਮਾਇਆ ਹੈ ਪਵਿੱਤਰ ਹੈ, ਉਹ ਮਾੜੀ ਨਹੀਂ ਹੈ, ਚੰਗੀ ਹੈ। ਕਦੋਂ? ਜੋ ਨਾਮ ਹਰਦਾ। ਜੇ ਉਹ ਪਰਮਾਤਮਾ ਦੇ ਨਾਲ ਜੁੜੇ ਨੇ ਤੇ ਪੈਸਾ ਕਮਾਉਣ ਲਈ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ। ਜਿੱਦਾਂ ਮੈਂ ਸ਼ਬਦ ਪੜਿਆ ਸੀ ਨਾ, ਕੀਰਤਨ ਜੁਰੀਆ ਬੋ ਬਦਫਰੀਆ ਬਿਖ ਨਾ ਕਰੀਆ ਪਰ ਕੋ ਹਿਰੀਆ, ਪਰਾਏ ਨੂੰ ਨਹੀਂ ਹਿਰਨਾ, ਕਿਸੇ ਕੋਲੋਂ ਖੋਹਣਾ ਨਹੀਂ ਹੈ ਹੇਰਾ ਫੇਰੀ ਕਰਕੇ, ਧੋਖੇ ਨਾਲ। ਮਿਹਨਤ ਕਰਕੇ ਕਮਾ, ਜਿਹੜੀ ਤੂੰ ਮਿਹਨਤ ਕਰਕੇ ਮਾਇਆ ਕਮਾਨਾ ਹੈ ਉਹ ਤੇ ਤੇਰੀ ਪਰਮਾਤਮਾ ਦੀ ਬੜੀ ਵੱਡੀ ਦਾਤ ਹੈ। ਜਿਹੜੀ ਧੋਖੇ ਨਾਲ ਕਮਾਨਾ ਹੈ ਉਹ ਤੇਰੇ ਵਾਸਤੇ ਜ਼ਹਿਰ। ਸੋ ਮਾਇਆ ਨਹੀਂ ਮਾੜੀ, the way we earn maya that is important। ਅਗਰ ਜੈਨੂਅਲ ਵੇ ਨਾਲ ਘਾਲ ਖਾਏ, ਅਗਰ ਤੂੰ ਸਹੀ ਮਿਹਨਤ ਕਰਕੇ ਕਮਾਈ ਕਰ ਰਿਹਾ ਤੇ ਬਹੁਤ ਚੰਗੀ ਹੈ। ਤੇ ਤੀਸਰਾ ਇਸ਼ੂ ਜਿਹੜਾ ਮੇਰਾ ਸੀ, ਜੋ ਗਿਆਨੀ ਧਰਮ ਸਿੰਘ ਜੀ ਨੇ ਸਵਾਲ ਕੀਤਾ ਸੀ ਵੀ ਜਿਹੜਾ ਪ੍ਰਚਾਰ ਕਰਨਾ ਹੈ, ਪ੍ਰਚਾਰ ਕਰਨ ਵਾਸਤੇ ਜਦੋਂ ਅਸੀਂ ਸਹਿਜੇ ਸਹਿਜੇ ਕਿਸ ਨੂੰ ਦਿੰਦੇ ਹਾਂ, ਗੁਰੂ ਸਾਹਿਬ ਤੇ ਆ ਜੀ ਆਪਾਂ ਕਿ ਗੁਰੂ ਸਾਹਿਬ ਨੇ ਦੇਖੋ, ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਨਾ ਆਪਣੇ ਗੋਇੰਦਵਾਲ ਸਾਹਿਬ, ਤੇ ਕੀ ਆਂਦਾ ਲੰਗਰ ਦੌਲਤ ਵੰਡੀ। ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਇੰਨੀ ਫਰਾਖਦਲੀ ਨਾਲ ਲੰਗਰ ਚਲਾਉਂਦੇ ਸਨ ਕਿ ਆਏ ਗਏ ਨੂੰ ਲੰਗਰ ਤੇ ਛਕਾਣਾ ਹੀ ਛਕਾਣਾ, ਉਹਨੂੰ ਪੈਸੇ ਵੀ ਉੱਥੋਂ ਦਿੰਦੇ ਸੀ। ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਤੇ ਕਹਿੰਦੇ ਉੱਥੇ ਖੀਰਾਂ ਦੇ ਪਕਵਾਨ ਪੱਕਦੇ ਸਨ। ਸਿਰਫ ਕਿਉਂ? ਵੀ ਜਿਹੜਾ ਵੀ ਗੁਰੂ ਦੇ ਦਰਸ਼ਨਾਂ ਵਾਸਤੇ ਆਇਆ, ਮੇਰੇ ਗੁਰੂ ਨਾਨਕ ਦੇ ਦਰ ਤੇ ਆਇਆ ਵੈ, ਉਹ ਮੇਰਾ ਗੈਸਟ ਹੈ ਤੇ ਮੈਂ ਉਹਨੂੰ ਵੱਧ ਤੋਂ ਵੱਧ ਚਾਅ ਦੇ ਨਾਲ ਸੇਵਾ ਕਰਾਂ। ਗੁਰੂ ਅੰਗਦ ਦੇਵ ਜੀ ਦੀ ਵਾਈਫ ਜਿਹੜੀ ਖੀਵੀ, ਹਾਂ, ਬਲਵੰਤ ਖੀਵੀ ਲੈ ਕੇ ਜਾਂਦੇ ਇਸ ਬਹੁਤੀ ਸ਼ੌਕਤ ਰਾਲੀ ਹਾਂਜੀ। ਤੇ ਸੋ ਮਤਲਬ ਇਹ ਜਿੰਨੀਆਂ ਚੀਜ਼ਾਂ ਨੇ, ਇਹ ਦਾ ਮਕਸਦ ਇਹੀ ਹੈ ਕਿ ਜਦੋਂ ਅਸੀਂ ਮਨੁੱਖਤਾ ਦੇ ਸੁੱਖ ਆਰਾਮ ਦਾ, ਉਹਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਾਂ ਤੇ ਆਪਣੇ ਆਪ ਹੀ ਮਨੁੱਖ ਅਟਰੈਕਟ ਹੋ ਕੇ ਉਹ ਚੰਗੇ ਪਾਸੇ ਲੱਗਦਾ, ਕਿਉਂਕਿ ਉਹਦੀਆਂ ਜ਼ਰੂਰਤਾਂ। ਬਿਊਟੀਫੁਲ। ਹਾਂਜੀ ਗਿਆਨੀ ਜੀ, ਇਸੇ ਤਰ੍ਹਾਂ ਆਪਣੇ ਆਂਦੇ ਹੈਗਾ ਇੱਕ ਥਾਂ ਵੀ ਉਹ ਹਾਥੀ ਘੋੜੇ ਰਥ ਸਾਰੇ ਪਵਿੱਤਰ ਨੇ ਜਿਹੜੇ
ਇਨਸਾਨ ਨੂੰ ਲੈ ਕੇ ਜਾਂਦੇ ਹੈਗੇ ਨੇ, ਗੁਰੂ ਚਰਨਾਂ ਨਾਲ ਜੋੜਦੇ ਨੇ। ਤੇ ਕਿਸ ਤਰ੍ਹਾਂ ਦੀ ਵੀ ਲਾਈਨ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸੇ ਸ਼ਬਦ ਚ ਹੀ ਆ ਜਿਹੜਾ ਡਾਕਟਰ ਸਾਹਿਬ ਨੇ ਪੜਿਆ ਕਿ ਹਾਂਜੀ ਉਹ ਸ਼ਬਦ ਹੈਗਾ ਜੀ, ਤਿੰਨ ਕੇ ਜੀਨ ਖੁਰਗੀਰ ਸਭ ਪਵਿੱਤ, ਬਹਿਸ ਰਾਈ ਸਭ ਪਵਿੱਤਰ। ਰਾਈਟ ਰਾਈਟ ਰਾਈਟ। ਹਾਂ ਤੇ ਬੜੇ ਆਨੰਦ ਆ ਰਿਹਾ ਵੈਸੇ ਵਿਚਾਰ ਸੁਣ ਕੇ, ਬੜਾ ਬਹੁਤ। ਤੇ ਜਿਹੜੀ ਗੱਲ ਆਪ ਜੀ ਨੇ ਕੀਤੀ ਕਿ COVID-19 ਜਿਹੜਾ, ਇਹਦੇ ਤੋਂ ਵੀ ਹੁਣ ਕਿਵੇਂ ਬਚਿਆ ਜਾਏ। ਪਹਿਲੀ ਗੱਲ ਤੇ ਇਹ ਆ ਕਿ ਕਿਸੇ ਬਿਮਾਰੀ ਨੂੰ ਬਿਮਾਰੀ ਬੰਦਾ ਐਕਸੈਪਟ ਕਰ ਲਵੇ ਤੇ ਫਿਰ ਉਹਦੇ ਤੋਂ ਬਚਣ ਦਾ ਉਪਾਅ ਵੀ ਕਰਦਾ। ਮੇਰੀ ਕੱਲ ਆਨੰਦਪੁਰ ਸਾਹਿਬ ਇੱਕ ਸਿੰਘ ਨਾਲ ਗੱਲ ਹੋਈ ਤੇ ਮੈਂ ਕਿਹਾ ਵੀ ਕਿਵੇਂ ਆ, ਕਹਿੰਦਾ ਵੀ ਇੱਥੇ 2 ਤੇ 4 5 ਕੇਸ ਆਏ ਆਨੰਦਪੁਰ ਸਾਹਿਬ, ਸ਼ਾਇਦ 7। ਤੇ ਕਹਿੰਦਾ ਵੀ ਬਹੁਤੇ ਲੋਕੀ ਤੇ ਇਹ ਕਹਿੰਦੇ ਵੀ ਇਹ ਕੋਈ ਬਿਮਾਰੀ ਬਮੂਰੀ ਨਹੀਂ, ਵੀ ਇਹ ਤੇ ਐਵੇਂ ਹੀ ਅਫਵਾਹਾਂ ਉਡਾਈਆਂ ਨੇ। ਤੇ ਜੇ ਕਹੀਏ ਵੀ ਨਹੀਂ ਤੇ ਕਹਿੰਦੇ ਵੀ ਦੱਸੋ ਤੁਹਾਡੇ ਪਰਿਵਾਰ ਚੋਂ ਕੋਈ ਮਰਿਆ, ਤੁਹਾਡੇ ਨਾਨਕਿਆਂ ਦਾਦਕਿਆਂ ਗਾਂਢ ਗੁਆਂਢ ਚੋਂ। ਮੈਂ ਕਿਹਾ ਵੀ ਇਹ ਗੱਲ ਇਹ ਆ ਵੀ ਜਦੋਂ ਹੁਣ ਵੱਡੇ ਵੱਡੇ ਜਿਹੜੇ ਆ ਕਈ ਡਾਕਟਰ ਵੀ ਇਸ ਦੀ ਭੇਟ ਚੜ ਚੁੱਕੇ ਆ, ਕਈ ਵੱਡੀਆਂ ਵੱਡੀਆਂ ਹਸਤੀਆਂ ਵੀ, ਤੇ ਜਿਹੜੀ ਰੌਲੀ ਪਈ ਐਵੇਂ ਨਹੀਂ। ਤੇ ਇੱਥੋਂ ਹੀ ਸਾਡਾ ਧਾਰਮਿਕ ਜੀਵਨ ਵੀ ਆ ਵੀ ਜਦੋਂ ਤੱਕ ਅਸੀਂ ਇਹ ਸਮਝਾਂਗੇ ਨਹੀਂ ਵੀ ਮੈਂ ਪਾਪੀ ਆ, ਬਾਣੀ ਚ ਬਾਰ-ਬਾਰ ਲਿਖਿਆ ਵੀ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ। ਇਹਦਾ ਮਤਲਬ ਪ੍ਰਵਾਨ ਕਰਨ ਦਾ ਕਿ ਉਹਨਾਂ ਖਤਿਆਂ ਨੂੰ, ਉਹਨਾਂ ਗਲਤੀਆਂ ਨੂੰ, ਉਹਨਾਂ ਐਬਾਂ ਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰਾਂ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ ਵਾਲੀ ਗੱਲ ਜਿਹੜੀ ਉਹਨੂੰ ਪ੍ਰਵਾਨ ਕਰੇ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਹਰ ਮਨਾ ਵਾਲੀ ਗੱਲ ਜਿਹੜੀ ਆ, ਇਸ ਬਿਮਾਰੀ ਨੂੰ ਜੇ ਬਿਮਾਰੀ ਸਮਝ ਲਿਆ ਜਾਏ, ਜੇ ਅਸੀਂ ਸਰੀਰ ਤੇ ਇੰਨੇ ਕੱਪੜੇ ਪਾ ਲੈਂਦੇ ਆ ਤੇ ਇੱਕ ਮਾਸਕ ਜਿਹੜਾ ਪੁਲਿਸ ਦੀ ਡਰ ਨਾਲ ਪਾਉਣਾ ਪਵੇ ਤੇ ਇਹ ਤੇ ਫਿਰ ਚੰਗੀ ਗੱਲ ਨਹੀਂ ਆ। ਤੇ ਇਸ ਕਰਕੇ ਜਿਹੜੀਆਂ ਸਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹੈਲਥ ਡਿਪਾਰਟਮੈਂਟ ਵੱਲੋਂ, ਸਰਕਾਰ ਵੱਲੋਂ, ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਆ ਕਿ ਮਾਸਕ ਪਾ ਕੇ ਰੱਖ ਲਓ। ਇਹ ਕਿਹੜੀ ਵੀ ਕਿਤੇ ਜ਼ਿੰਦਗੀ ਭਰ, ਥੋੜਾ ਬਹੁਤ ਸਾਲ 2 ਸਾਲ ਦੇ ਵਿੱਚ ਅਕਸਰ ਅੱਗੇ ਵੀ ਮਹਾਂਮਾਰੀਆਂ ਪੈਦਾ ਹੁੰਦੀਆਂ, ਇਹ ਵੀ ਖਤਮ ਹੋ ਹੀ ਜਾਣੀਆਂ। ਪਰ ਜਿੰਨਾ ਚਿਰ ਤੱਕ ਇਹਨੂੰ ਫੈਲਣ ਤੋਂ ਬਚਾਉਣ ਵਾਸਤੇ ਆਪਣੇ ਹੱਥ ਸਾਫ਼ ਰੱਖੇ ਜਾਣ, ਨਾ ਕਿਸੇ ਦੇ ਨਾਲ ਬਹੁਤਾ ਮੇਲ ਗੇਲ ਹੋਵੇ, ਵੀ ਸੈਲਫ ਡਿਸਟੈਂਸ ਜਿਹੜਾ ਉਹਨੂੰ ਰੱਖਿਆ ਜਾਏ, ਮਾਸਕ ਪਾ ਕੇ ਰੱਖਿਆ ਜਾਏ, ਵੀ ਇਹਨੂੰ ਬਿਮਾਰੀ ਸਮਝ ਲੈਣਾ ਚਾਹੀਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਜੇ ਇੰਨਾ ਵੱਡਾ ਨੁਕਸਾਨ ਹੋ ਰਿਹਾ ਆਰਥਿਕ ਪੱਖੋਂ, ਸਰਕਾਰਾਂ ਦਾ ਹੋ ਰਿਹਾ, ਲੋਕਾਂ ਦੇ ਬਿਜ਼ਨਸ ਖਤਮ ਹੋ ਰਹੇ ਨੇ, ਤੇ ਐਵੇਂ ਅਫਵਾਹ ਨਹੀਂ ਆ ਵੀ ਇਹਦਾ ਰੱਖੋ ਤੁਸੀਂ ਇਹਨੂੰ ਬਿਮਾਰੀ ਸਮਝ ਕੇ, ਇਹਨੂੰ ਮਹਾਂਮਾਰੀ ਸਮਝ ਕੇ ਇਹਦਾ ਜਿਹੜਾ ਰੱਖੋ। ਜੇ ਅਸੀਂ ਇਹਨੂੰ ਪ੍ਰਵਾਨ ਕਰ ਲਵਾਂਗੇ ਤੇ ਉਹਦਾ ਉਪਚਾਰ ਵੀ ਅਸੀਂ ਜ਼ਰੂਰ ਕਰਾਂਗੇ। Yeah, that's very true. That's a very good point, ਹੈ ਨੀ। ਤੇ ਪ੍ਰੋਬਲਮ ਇਹ ਆ ਵੀ ਅਸੀਂ ਲੋਕ ਜਿਹੜੇ ਨਾ ਧਿਆਨ ਨਹੀਂ ਦਿੰਦੇ ਚੀਜ਼ਾਂ ਵੱਲ। ਅਸੀਂ ਕੀ ਕਹਿੰਦੇ ਆ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਬਸ ਇਸ ਤਰ੍ਹਾਂ ਕਰਕੇ ਇਹਨਾਂ ਚੀਜ਼ਾਂ 'ਚ ਲੱਗੇ ਹੋਏ ਆ ਕਿ ਵੀ ਜਿੱਥੇ ਵੀ ਕਿਤੇ ਥੋੜ੍ਹੀ ਬਹੁਤੀ ਚੇਂਜ ਲਿਆਉਣੀ ਪਵੇ ਆਪਣੇ ਆਪ ਦੇ ਵਿੱਚ, ਜੀਵਨ ਦੇ ਵਿੱਚ, ਦੂਜਿਆਂ ਦੇ ਭਲੇ ਦੇ ਲਈ, ਉਸ ਨੂੰ ਸਾਨੂੰ ਬਜਾਏ ਮੰਨਣ ਦੇ ਅਸੀਂ ਕਹਿੰਦੇ ਆ ਮੇਰੇ ਵਰਗਾ ਹੋਰ ਕੌਣ, ਮੈਂ ਕਿਉਂ ਕਰਾਂ ਇਹ। ਉਹ ਹਉਮੈ ਦੇ ਵਿੱਚ ਅਸੀਂ ਨਾ ਨਾਲੇ ਆਪ ਦਾ ਨੁਕਸਾਨ ਕਰ ਲੈਂਦੇ, ਨਾਲੇ ਦੂਜਿਆਂ ਦਾ ਜੀ। ਤੇ ਜੇ ਉਹ ਹਉਮੈ ਨੂੰ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ ਗੁਰੂ ਦੀ ਕਿਰਪਾ ਦੇ ਨਾਲ, ਮਹਾਰਾਜ ਦੀ ਬਾਣੀ ਪੜ੍ਹ ਕੇ ਤੇ ਦੂਜਿਆਂ ਦੇ ਵਿਚਾਰ ਸੁਣ ਕੇ, ਤੇ ਉਹਦੇ ਨਾਲ ਫਿਰ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਲਈ ਸਤਿਕਾਰ ਤੇ ਪਿਆਰ ਪੈਦਾ ਹੁੰਦਾ। ਫਿਰ ਉਦੋਂ ਮਾਸਕ ਪਹਿਨਣ ਦੇ ਕੋਈ ਤਕਲੀਫ ਨਹੀਂ ਹੁੰਦੀ, ਹੈ ਜੀ। ਪਰ ਜੇ ਓਨੀ ਟਰਾਂਸਫਰਮੇਸ਼ਨ ਨਾ ਹੋਵੇ, ਫਿਰ ਅਗਲਾ ਕਹਿੰਦਾ ਮੈਂ ਕਿਉਂ ਪਹਿਨਣਾ, ਹੈ ਜੀ। ਕੀ ਖਿਆਲ ਹੈ ਗੁਰਪ੍ਰੀਤ ਸਿੰਘ? ਬਿਲਕੁਲ ਸਰ ਜੀ, ਬਿਲਕੁਲ। ਜਿਵੇਂ ਸਾਡੇ ਸਤਿਕਾਰਯੋਗ ਭਾਈ ਧਰਮ ਸਿੰਘ ਜੀ ਨੇ ਆਖਿਆ ਬਈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਸਤਿਗੁਰਾਂ ਨੇ ਤਾਂ ਆਖਿਆ ਵੀ ਜਿੱਥੇ ਤੈਨੂੰ ਚੰਗੇ ਗੁਣ ਮਿਲਦੇ ਨੇ, ਉਹਨਾਂ ਗੁਣਾਂ ਦੇ ਨਾਲ ਸਾਂਝ ਪਾ, ਜਿਹੜੇ ਔਗਣ ਮਿਲਦੇ ਨੇ ਉਹ ਛੱਡ ਦੇ। ਅਸੀਂ ਕੀ ਕਰਦੇ ਹਾਂ, ਜੇ ਕੋਈ ਸਾਨੂੰ ਵਧੀਆ ਸਿੱਖਿਆ ਦਿੰਦਾ, ਵਧੀਆ ਗਿਆਨ ਦੀ ਗੱਲ ਦੱਸਦਾ, ਤੇ ਅਸੀਂ ਉਹ ਨਹੀਂ ਗ੍ਰਹਿਣ ਕਰਦੇ। ਜੇ ਕੋਈ ਪੁੱਠੀ ਸਿੱਧੀ ਗੱਲ ਆਖੇ, ਗਿਆਨ ਤੋਂ ਉਲਟ ਦੀ ਗੱਲ ਆਖੇ, ਉਹ ਅਸੀਂ ਗ੍ਰਹਿਣ ਕਰ ਲੈਂਦੇ ਹਾਂ। ਬਾਕੀ ਬਹੁਤ ਪਿਆਰੀ ਗੱਲ ਆਖੀ ਹੈ, ਜਿਹਨੇ ਨਹੀਂ ਮੰਨਣਾ ਨਾ ਉਹਨੇ ਮੰਨਣਾ ਹੀ ਨਹੀਂ।
ਜਿੰਨਾ ਮਰਜ਼ੀ ਸਮਝਾ ਲਓ। ਮੈਂ ਡਾਕਟਰ ਸਾਹਿਬ ਆਪਣੇ ਡਾਕਟਰ ਕਿਰਪਾਲ ਸਿੰਘ ਜੀ ਦੇ ਗ੍ਰੀਨ ਰੰਗ ਦੀ ਜਿਹੜੀ ਟਰਬਨ ਆ ਪੱਗ ਬੰਨੀ ਹੋਈ ਆ, ਦਸਤਾਰ ਸਜਾਈ ਹੋਈ ਆ, ਜੇ ਕੋਈ ਕਵੇ ਬਈ ਇਹ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਆ ਡਾਕਟਰ ਸਾਹਿਬ ਜੀ ਨੇ, ਤੇ ਆਪਾਂ ਉਹਨੂੰ ਸਮਝਾ ਹੀ ਨਹੀਂ ਸਕਦੇ। ਜਿੰਨਾ ਮਰਜ਼ੀ ਆਪਾਂ ਦਲੀਲਾਂ ਦੇਈ ਚੱਲੀਏ, ਜਿੰਨਾ ਮਰਜ਼ੀ ਸਮਝਾ ਚੱਲੀਏ, ਕਿਉਂਕਿ ਸਵਾਨ ਪੂਸ ਜੋ ਭਇਓ ਨਾ ਸੁਧੋ ਕਹੋ ਨਾ ਕਾਂਤਰ ਹੈ, ਉਹਨੇ ਨਹੀਂ ਮੰਨਣਾ। ਇਸੇ ਕਰਕੇ ਕਈ ਮਨੁੱਖ ਐਸੇ ਨੇ ਨਹੀਂ ਮੰਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਸਮਝਾਉਂਦੇ ਹੋਣੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਖੇ ਲੱਗੋ। ਗੁਰੂ ਨਾਨਕ ਸਾਹਿਬ ਮਹਾਰਾਜ ਪੂਰੀ ਦੁਨੀਆ ਨੂੰ ਤਾਰਦੇ ਨੇ, ਤੁਸੀਂ ਵੀ ਇਹਨਾਂ ਦੀ ਬਾਣੀ ਨੂੰ ਪੜ੍ਹੋ, ਸਮਝੋ, ਵਿਚਾਰੋ, ਤੁਸੀਂ ਵੀ ਪ੍ਰਚਾਰ ਕਰੋ। ਇਸ ਜਿਹੜੀ ਗੁਰਤਾ ਗੱਦੀ ਦੇ ਹੱਕਦਾਰ ਤੁਸੀਂ ਵੀ ਪੁੱਤਰੋ ਬਣ ਸਕਦੇ ਹੋ। ਜਦ ਚੌਥੇ ਪਾਤਸ਼ਾਹ ਤੋਂ ਬਾਅਦ ਪੰਜਵੇਂ ਪਾਤਸ਼ਾਹ ਤੇ ਉਦੋਂ ਬਾਅਦ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਬਣ ਸਕਦੇ ਨੇ। ਗੁਰੂ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਵੀ ਬਣ ਸਕਦੇ ਸੀ, ਪਰ ਇਹਨਾਂ ਨੇ ਹੁਕਮ ਨਹੀਂ ਮੰਨੇ। ਉਹੀ ਹਿਸਾਬ ਸਾਡਾ ਇੱਥੇ ਬਿਮਾਰੀ ਵਾਲਾ। ਅਸੀਂ ਬਿਮਾਰੀ ਨੂੰ ਮੰਨਣ ਨੂੰ ਤਿਆਰ ਨਹੀਂ। ਵੱਡੇ ਵੱਡੇ ਡਾਕਟਰ ਸਾਹਿਬਾਨ ਔਰ ਵੱਡੇ ਵੱਡੇ ਜਿਹੜੇ ਸਾਨੂੰ ਸਾਇੰਟਿਸਟ ਸਾਹਿਬਾਨ ਸਮਝਾ ਰਹੇ ਨੇ, ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਵੀ ਤਿਆਰ ਨਹੀਂ। ਆਮ ਲੋਕਾਂ ਦੀ ਤਾਂ ਅਸੀਂ ਕਿੱਥੇ ਮੰਨਣੀ ਆ। ਜਦ ਕਿ ਜਿਵੇਂ ਸਤਿਕਾਰਯੋਗ ਵੀਰ ਜੀ ਨੇ ਆਖਿਆ ਕਿ ਸਾਡੇ ਡਾਕਟਰ ਸਾਹਿਬਾਨ, ਨਰਸ ਸਾਹਿਬਾਨ, ਜਿੰਨੇ ਵੀ ਸਫਾਈ ਸੇਵਕ ਵੀਰ ਵੀ ਨੇ, ਪੁਲਿਸ ਵਾਲੇ ਵੀ ਨੇ, ਜਿਹੜੇ ਆਪਣੀ ਡਿਊਟੀ ਦੌਰਾਨ ਇਸ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ, ਉਹ ਇਸ ਦੁਨੀਆ ਤੋਂ ਚਲੇ ਗਏ। ਪਰ ਇਹ ਗੱਲ ਨੂੰ ਅਸੀਂ ਨਹੀਂ ਮੰਨਣਾ ਚਾਹੁੰਦੇ। ਇਹ ਸਾਡੇ ਵਿੱਚ ਘਾਟ ਹੈ, ਕਿਉਂਕਿ ਮੈਂ ਨਾ ਮੰਨੂ, ਇਹ ਜੇ ਮੈਂ ਨਾ ਮੰਨੂ ਤਾਂ ਸਾਡਾ ਵੀ ਨੁਕਸਾਨ ਹੋਣਾ, ਸਾਡਾ ਆਪਣਾ ਤਾਂ ਹੋਣਾ ਵਾ, ਸਾਡੇ ਪਰਿਵਾਰ ਦਾ ਵੀ ਨੁਕਸਾਨ ਹੋਣਾ ਵਾ। ਇਸ ਕਰਕੇ ਸਾਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ। ਹਾਂਜੀ, ਥੈਂਕ ਯੂ। ਵੀ ਆਰ ਰਨਿੰਗ ਆਊਟ ਆਫ ਟਾਈਮ ਨਾਓ, ਦਿਸ ਦ ਲਾਸਟ ਮੋਮੈਂਟਸ। ਸੋ 2 ਮਿੰਟਸ ਆਪਣੇ ਡਾਕਟਰ ਸਾਹਿਬ ਤੁਸੀਂ ਕੋਈ ਗੱਲਬਾਤ ਕਹਿਣੀ ਹੋਵੇ in addition to what you already said? ਹਾਂਜੀ, ਯੈਸ। ਜਿਹੜਾ ਕੱਲ ਦਾ ਡਾਟਾ ਅਖਬਾਰ ਦੇ ਵਿੱਚ, ਟ੍ਰਿਬਿਊਨ ਦੇ ਵਿੱਚ ਡਾਟਾ ਆਇਆ ਹੈ ਅਬਾਊਟ ਦਾ ਕੋਵਿਡ, ਉਹਨਾਂ ਨੇ ਰੈਂਡਮ ਸਰਵੇ ਕੀਤਾ ਇੰਡੀਆ ਦੇ ਵਿੱਚ। ਰੈਂਡਮ ਸਰਵੇ ਦੇ ਵਿੱਚ ਪਤਾ ਲੱਗਾ ਹੈ ਕਿ ਪਾਪੂਲੇਸ਼ਨ ਦੇ 25% ਲੋਕਾਂ ਦੇ ਵਿੱਚ ਐਂਟੀਬਾਡੀਜ਼ ਹੈਗੇ ਨੇ। ਐਂਟੀਬਾਡੀ ਦਾ ਮਤਲਬ ਕੀ ਹੁੰਦਾ ਹੈ ਕਿ 25% ਲੋਕਾਂ ਨੂੰ ਇਨਫੈਕਸ਼ਨ ਹੋ ਚੁੱਕਾ ਹੈ, ਭਾਵੇਂ ਉਹ ਠੀਕ ਹੋ ਗਏ ਨੇ, ਭਾਵੇਂ ਠੀਕ ਹੋ ਗਏ ਨੇ। ਸੋ ਜੇ 25% ਉਸ ਨੂੰ ਅਸੀਂ ਸਾਰੇ ਇੰਡੀਆ ਦੀ ਪਾਪੂਲੇਸ਼ਨ ਨਾਲ ਲਾਈਏ ਤੇ ਉਹ ਦੈਟ ਸ਼ੋਜ਼, ਅਸੀਂ ਔਨ ਦਾ ਐਵਰੇਜ ਸਾਰੇ ਲਾ ਲਈਏ ਨਾ, ਤੇ ਤਕਰੀਬਨ 35 ਕਰੋੜ ਬੰਦੇ ਇਹ ਦੀ ਟੱਚ ਵਿੱਚ ਆ ਚੁੱਕੇ ਨੇ। ਜਿਹੜੇ ਮਾਸਕ ਲਾਣੇ ਆ, ਯੈਸ, ਮਾਸਕ ਲਾਣਾ ਕੱਲਾ ਸਾਨੂੰ ਕੋਵਿਡ ਤੋਂ ਬਚਾਉਣ ਵਾਸਤੇ ਨਹੀਂ ਜ਼ਰੂਰੀ, ਬੜੀਆਂ ਹੋਰ ਇਨਫੈਕਸ਼ਨ ਡਿਜ਼ੀਜ਼, ਟਿਊਬਰਕਲੋਸਿਸ ਹੈ ਬਹੁਤ ਜ਼ਿਆਦਾ ਪ੍ਰੈਵਲੈਂਟ ਇੰਡੀਆ 'ਚ, ਲੱਖਾਂ ਲੋਕ ਇਹਦੇ ਨਾਲ ਮਰਦੇ ਨੇ ਹਰ ਸਾਲ। ਤੇ ਉਹ ਵੀ ਜਿਹੜਾ ਜੇਕਰ ਅਸੀਂ ਮਾਸਕ ਲਾਣੇ, ਸਾਨੂੰ ਉਹਨਾਂ ਬਿਮਾਰੀਆਂ ਤੋਂ ਹੀ ਬਚਾਅ ਹੁੰਦਾ, ਬੜੀਆਂ ਇਨਫੈਕਸ਼ਨ ਡਿਜ਼ੀਜ਼ ਤੋਂ ਬਚਾਅ ਹੁੰਦਾ ਹੈ। ਪਰ ਜ਼ਰੂਰਤ ਹੈ ਸਮਝਣ ਦੀ, ਮੈਸੇਜ ਪਾਸ ਔਨ ਕਰਨ ਦੀ ਕਿ ਲੋਕੀ ਇਹਦੀ ਗ੍ਰੈਵਿਟੀ ਸਮਝਣ। ਮਾਸਕ ਸਾਨੂੰ ਹੋਰ ਵੀ ਬੜੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਗਿਆਨੀ ਧਰਮ ਸਿੰਘ ਜੀ। ਹਾਂਜੀ, ਮੇਰੀ ਵੀ ਇਹੋ ਹੀ ਬੇਨਤੀ ਹੈ ਡਾਕਟਰ ਸਾਹਿਬ ਨੇ ਜਿਹੜੀ ਕਹੀ ਆ ਕਿ ਉਹ ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ, ਉਹਦੇ 'ਚ ਉਹਨਾਂ 2 ਲਾਈਨਾਂ ਆ ਕਿ ਜੇ ਵੱਜੀ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਤੇ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ। ਕਿ ਜੇ ਅਸੀਂ ਅਜੇ ਬਚੇ ਹਾਂ ਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਬਿਮਾਰੀ ਨਹੀਂ ਆ। ਇਸ ਕਰਕੇ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਇਹਨਾਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ, ਉਹਦੇ 'ਚ ਆਪਣਾ ਵੀ ਬਚਾਅ ਤੇ ਦੂਸਰਿਆਂ ਦਾ ਵੀ ਬਚਾਅ। ਥੈਂਕ ਯੂ ਜੀ। ਗੁਰਪ੍ਰੀਤ ਸਿੰਘ। ਬਿਲਕੁਲ ਜੀ, ਬਿਲਕੁਲ। ਜੇਕਰ ਅਸੀਂ ਆਪਣੇ ਆਪ ਤੇ ਕੋਈ ਵੀ ਗੱਲ, ਕੋਈ ਵੀ ਨਿਯਮ ਇੰਪਲੀਮੈਂਟ ਨਹੀਂ ਕਰਦੇ ਤਾਂ ਅਸੀਂ ਆਪਣੇ ਆਪ ਨੂੰ ਇੱਕ ਅਤਿਆਚਾਰ ਵਾਲੀ ਲਾਈਨ ਵਿੱਚ ਖੜੇ ਕਰ ਰਹੇ ਹਾਂ। ਭਾਵੇਂ ਕਿ ਉਹ ਆਪਣੀ ਗੱਲ ਹੋਵੇ, ਆਪਣੇ ਸਮਾਜ ਦੀ ਗੱਲ ਹੋਵੇ, ਆਪਣਾ ਤਾਂ ਅਸੀਂ ਨੁਕਸਾਨ ਕਰਨਾ, ਦੂਜਿਆਂ ਦਾ ਵੀ ਕਰਾਂਗੇ, ਪਰਿਵਾਰ ਦਾ ਵੀ ਕਰਾਂਗੇ। ਹੋ ਸਕਦਾ ਸਾਡੇ ਤੋਂ, ਸਾਡੇ ਪਿੰਡ ਸ਼ਹਿਰ ਦੂਰ ਤੱਕ ਬਿਮਾਰੀ ਫੈਲ ਸਕਦੀ ਹੈ। ਇਸੇ ਕਰਕੇ ਸਾਨੂੰ ਜਿੰਨਾ ਵੀ ਡਾਕਟਰ ਸਾਹਿਬਾਨ, ਵਿਗਿਆਨੀ ਸਾਹਿਬਾਨ, ਜੋ ਵੀ ਸਿਆਣੇ ਸੂਝਵਾਨ ਬੁੱਧੀਜੀਵੀ ਨੇ, ਜਿਸ ਪਾਸਿਓਂ ਸਾਨੂੰ ਰੋਕ ਰਹੇ ਨੇ ਕਿ ਬਿਮਾਰੀ ਨਾ ਫੈਲੇ, ਇਸ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ। ਜਿਵੇਂ ਜਿਵੇਂ ਉਹ ਜੋ ਸਾਨੂੰ ਕਹਿ ਰਹੇ ਨੇ, ਮਾਸਕ ਲਗਾਉਣਾ, ਜੋ ਆਪਣੀ ਸੇਫਟੀ ਰੱਖਣੀ, ਵਾਰ-ਵਾਰ ਹੱਥਾਂ ਨੂੰ ਸਾਬਣ ਦੇ ਨਾਲ ਧੋਣਾ ਜਾਂ ਸੈਨੀਟਾਈਜ਼ਰ ਕਰਨਾ, ਆਪਣੇ ਕੱਪੜਿਆਂ ਦਾ ਧਿਆਨ ਰੱਖਣਾ, ਆਪਣਾ ਸਰੀਰ ਦਾ ਧਿਆਨ ਰੱਖਣਾ। ਸੋ ਉਹਨਾਂ ਦੀ ਗੱਲ ਨੂੰ ਮੰਨਣਾ ਹੀ ਅਸਲੀ ਸਾਡਾ ਮਨੁੱਖ ਹੋਣਾ ਹੈ। ਕਿਉਂਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਅਸੀਂ ਗੁਰੂ ਦੀ ਚਾਲ ਚੱਲਦੇ ਹਾਂ। ਗੁਰੂ ਸਾਰਿਆਂ ਵਿੱਚ ਵਸ ਰਿਹਾ ਹੈ, ਸਾਨੂੰ ਵੀ ਸਾਰਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਜੀ। ਥੈਂਕ ਯੂ ਜੀ। Well, thank you very much for your contribution. And again, pollution is a big problem all over the world, especially developing countries. And in Punjab, my experience has been
because of the way they treat the shell of the rice shell, burn it all and create a lot of respiratory problems or excessive use of fertilizers and contamination of water and all those sort of things. Really, they all make us more prone to becoming sick and ill. If we earn a little bit more, we spend more in the form of trying to get better then. So if we follow the hukam and go along with the more traditional methods and take care of each other and observe the precautions, we can all benefit from it. And we can all help each other. And that's also good to have, not only personal health, but also public health concerns. So thank you again for participation, and thank you for the participants and the अपने दर्शकों का बहुत बहुत धन्यवाद. Again, please subscribe to this channel if you haven't already done, and also help wherever you can financially. And we'll meet next Wednesday again and talk about the subject, more about the COVID and Gurbani's insights, and how more practical measures we can use to overcome this situation, and how little projects we may be able to start within our own reach around us, so that we can start some practical examples, because actions speak louder than the words. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਫਤਿਹ.